जथेदार शहीद हो गया पर सानू इन्ना कोई पता नहीं लगा कि किहड़ा जथेदार शहीद हो गया, कौन सी वो। इस बारे भी सानू कोई पता नहीं सी कि अपने पंजाब दे विच हरमंदर साहिब ते जां अकाल तख्त साहिब ते ये अटैक चल रहा। प्रकाश सन हरमंदर साहिब दे विच उन्हां नूं गोलियां मारियां गईयां। उहदे जिहड़ा ताबिया बैठा सिंह साहब सानू उन्हां नूं शहीद कर दिता गया। एक रागी जथा जिहड़ा कीर्तन करके वापस आ रहा सी उन्हां नूं शहीद कर दिता गया। जानी इहो जिहियां गल्लां बाद दे विच सानू पता लगियां। जिहड़े साडे तो सीनियर सी उपर दे रैंक वाले उन्हां ने ये फिर सारिਆਂ ने रल मिल के कि आपां नूं हुण इत्थे नौकरी नहीं करनी चाहिए, आपां नूं छड्डना चाहिए कि जदों ਉਹਦੇ हत्थ रख के ना गुटका साहब ते उत्थे असीं कहने आ भी हवा के रस्ते, पानी के रस्ते, अग के रस्ते जिथे भी साडी ड्यूटी लगेगी, जिथे भी सानू हुक्म करेगी फौज, असीं उत्थे पहुँचांगे। असीं उस शब्द गुरु की सौं खा के असीं ये जानी कसम परेड लई सी। ते जदों उसे शब्द गुरु नूं ही इन्हां ने टारगेट किया, उसे साडे हरमंदर नूं टारगेट किया, साडे अकाल तख्त साहब नूं ढाह ढेरी कर दिता। तो फिर दसो असीं इन्हां अगे जाके असीं इन्हां नूं लड्डू थोड़े खवाउण गए सी उत्थे। असीं फिर जिवें ये कर रहे सी तबाही ये डा रहे सी, तबाही असीं जून सन 1984 ਦਾ ਉਹ ਸਮਾਂ, ਉਹ ਹਫ਼ਤਾ ਜਿਸ ਨੂੰ ਕਦੇ ਵੀ ਸਿੱਖ ਇਤਿਹਾਸ ਦੇ ਵਿੱਚੋਂ ਭੁਲਾਇਆ ਨਹੀਂ ਜਾ ਸਕਦਾ। ਬਹੁਤ ਸਾਰੇ ਸਿੱਖਾਂ ਨੂੰ ਉਸ ਵਕਤ ਸਰਕਾਰ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਉਸ ਵਕਤ ਦੇ ਪਰਿਵਾਰਾਂ ਦੀ ਜੋ ਗੱਲਬਾਤ ਹੈ ਅੱਜ ਦੇ ਦੌਰ ਦੇ ਵਿੱਚ ਤੁਸੀਂ ਬਹੁਤ ਸਾਰੇ ਵੈਬ ਚੈਨਲਾਂ ਦੇ ਉੱਪਰ ਸੁਣ ਰਹੇ ਹੋ। ਕਿਸ ਤਰ੍ਹਾਂ ਜਿਹੜਾ ਉਹਨਾਂ ਦੇ ਨਾਲ ਹੋਇਆ ਵਾਪਰਿਆ, ਉਹ ਆਪਣਾ ਜਿਹੜਾ ਦਰਦ ਹੈ ਉਸ ਵਕਤ ਦਾ ਤੁਹਾਡੇ ਤੱਕ ਲੈ ਕੇ ਆ ਰਹੇ ਨੇ। ਤਾਂ ਅੱਜ ਅਸੀਂ ਇੱਕ ਐਸੀ ਗੱਲਬਾਤ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਜੋ ਉਸ ਵਕਤ ਦੇ ਸੈਨਿਕਾਂ ਦੇ ਨਾਲ ਸੰਬੰਧ ਰੱਖਦੀ ਆ। ਸਾਡੇ ਨਾਲ ਮੌਜੂਦ ਰਹਿਣਗੇ ਸਾਬਕਾ ਸੈਨਿਕ ਕਿਰਪਾਲ ਸਿੰਘ ਜੀ ਵਾਦੀਆਂ। ਇਹ ਗੱਲਬਾਤ ਕਰਨ ਦਾ ਵਿਸ਼ਾ ਤਾਂ ਜ਼ਰੂਰੀ ਹੈ ਕਿਉਂਕਿ ਉਸ ਵਕਤ ਜੋ ਫੌਜ ਦੇ ਵਿੱਚ ਨੌਕਰੀ ਕਰ ਰਹੇ ਸੀ ਪੰਜਾਬ ਤੋਂ ਜਾਂ ਸਿੱਖ ਫੌਜੀ, ਉਹਨਾਂ ਦੀ ਹਾਲਤ ਕੀ ਸੀ, ਉਹਨਾਂ ਨੂੰ ਕਿਸ ਨਿਗਾਹਾਂ ਦੇ ਨਾਲ ਦੇਖਿਆ ਜਾ ਰਿਹਾ ਸੀ, ਜਾਂ ਉਹਨਾਂ ਨੇ ਵਿਦਰੋਹ ਕੀਤਾ ਤਾਂ ਕਿਸ ਤਰ੍ਹਾਂ ਉਸ ਵਿਦਰੋਹ ਨੂੰ ਸਰਕਾਰ ਦੇ ਵੱਲੋਂ ਦਬਾਇਆ ਗਿਆ। ਤਾਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਤੁਹਾਡਾ, ਤੁਹਾਡੇ ਚੈਨਲ ਦਾ ਔਰ ਤੁਹਾਡੇ ਸਹਿਯੋਗੀ ਦਾ ਇੱਥੇ ਮੈਨੂੰ ਬੁਲਾਉਣ ਤੇ ਤੁਹਾਡਾ ਬਹੁਤ-ਬਹੁਤ ਜੀ ਆਇਆਂ। ਧੰਨਵਾਦ ਜੀ। ਤੁਹਾਡੇ ਨਾਲ ਗੱਲਬਾਤ ਆਪਾਂ ਸਾਂਝੀ ਕਰਨੀ ਹੈ ਜੀ ਉਸ ਵਕਤ ਦੀ, ਜਿਹੜੀ ਤੁਸੀਂ ਉਸ ਵਕਤ ਕਿੱਥੇ ਜਿਹੜੀ ਡਿਊਟੀ ਹੈ ਉਹ ਕਰ ਰਹੇ ਸੀ ਤੇ ਕਿਸ ਤਰ੍ਹਾਂ ਜਿਹੜਾ ਉਸ ਤੋਂ ਬਾਅਦ ਤੁਹਾਡੇ ਨਾਲ ਪੂਰਾ ਵਾਪਰਦਾ ਹੈ। ਤੁਸੀਂ ਦੱਸਿਆ ਕਿ ਤੁਸੀਂ ਵਿਦਰੋਹ ਵੀ ਕੀਤਾ ਉਸ ਵਕਤ ਜਦੋਂ ਤੁਹਾਨੂੰ ਪਤਾ ਚੱਲਿਆ ਕਿ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੁੰਦਾ, ਤੇ ਕਿੰਨੇ ਦਿਨਾਂ ਬਾਅਦ ਤੁਹਾਨੂੰ ਇਹ ਖਬਰ ਮਿਲੀ ਕਿ ਦਰਬਾਰ ਸਾਹਿਬ ਉੱਪਰ ਜਿਹੜਾ ਅਟੈਕ ਹੋਇਆ? ਦੇਖੋ ਜੀ, ਉਸ ਟਾਈਮ ਅਸੀਂ ਸਰਵਿਸ ਕਰ ਰਹੇ ਸੀ, ਸਿੱਕਮ ਸੀਗੇ ਅਸੀਂ ਜੀ। ਸਿੱਕਮ 'ਚ ਇੱਕ ਨਥੂਲਾ ਬਾਰਡਰ ਪੈਂਦਾ ਹੈ, ਸ਼ਾਂਗੂ ਝੀਲ ਉੱਥੋਂ ਦੀ ਮਸ਼ਹੂਰ ਆ। ਅਸੀਂ ਉੱਥੇ ਸਾਂ ਉਦੋਂ ਤੇ ਨੌਕਰੀ ਕਰ ਰਹੇ ਸਾਂ। ਉੱਥੋਂ ਸਾਨੂੰ ਹੁਕਮ ਹੋਇਆ, ਸਾਡੀ ਯੂਨਿਟ ਦੀ ਟਰਾਂਸਫਰ ਹੋ ਗਈ, ਬਦਲੀ ਹੋ ਗਈ ਸਾਡੀ ਯੂਨਿਟ ਦੀ ਅਲਵਰ ਰਾਜਸਥਾਨ ਦੇ ਵਿੱਚ। ਤਾਂ ਸਾਨੂੰ ਹੁਕਮ ਹੋਇਆ ਕਿ ਤੁਸੀਂ ਵੀ ਗੇਮਾਂ ਵਾਲੇ ਜਿਹੜੇ ਬੰਦੇ ਮੁੰਡੇ ਹੋ, ਤੁਸੀਂ ਜਾਓ, ਜਾ ਕੇ ਆਪਣੀਆਂ ਗੇਮਾਂ ਦੀ ਤਿਆਰੀ ਕਰੋ ਉੱਥੇ ਅਲਵਰ ਰਾਜਸਥਾਨ ਦੇ ਵਿੱਚ। ਤਾਂ ਅਸੀਂ ਉੱਥੋਂ ਤਕਰੀਬਨ 25-26 ਮਈ ਨੂੰ ਉੱਥੋਂ ਉਤਰੇ ਹਾਂ, ਥੱਲੇ ਆਏ ਹਾਂ। NJP ਨਿਊ ਜਲਪਾਈਗੁੜੀ ਇੱਕ ਮੇਨ ਸਟੇਸ਼ਨ ਹੈ ਬੰਗਾਲ ਦੇ ਵਿੱਚ ਜੀ। ਉੱਥੋਂ ਅਸੀਂ ਚੱਲੇ ਹਾਂ ਜੀ 2 ਜਾਂ 3 ਜੂਨ ਨੂੰ, ਅਤੇ ਅਸੀਂ 8 ਜੂਨ ਨੂੰ ਅਲਵਰ ਪਹੁੰਚੇ ਹਾਂ ਜੀ। ਅਤੇ ਉਹਦੇ ਵਿੱਚ ਸਾਨੂੰ ਥੋੜ੍ਹਾ ਜਿਹਾ, ਜਦੋਂ ਅਸੀਂ ਦਿੱਲੀ ਆਏ ਹਾਂ 6 ਜੂਨ ਨੂੰ, ਉੱਥੇ ਥੋੜ੍ਹੀ ਜਿਹੀ ਅਸੀਂ ਕੁਸਮੁਸ ਜਿਹੀ ਹੁੰਦੀ ਸੁਣੀ ਕਿ ਜਥੇਦਾਰ ਸ਼ਹੀਦ ਹੋ ਗਿਆ, ਪਰ ਸਾਨੂੰ ਇੰਨਾ ਕੋਈ ਪਤਾ ਨਹੀਂ ਲੱਗਾ ਵੀ ਕਿਹੜਾ ਜਥੇਦਾਰ ਸ਼ਹੀਦ ਹੋ ਗਿਆ, ਕੌਣ ਸੀ ਉਹ। ਅਤੇ ਉਸ ਦੇ ਬਾਰੇ ਆਣ ਕੇ ਸਾਨੂੰ ਬਾਅਦ ਦੇ ਵਿੱਚ ਜਦੋਂ ਇਸ ਬਾਰੇ ਵੀ ਸਾਨੂੰ ਕੋਈ ਪਤਾ ਨਹੀਂ ਸੀ ਵੀ ਆਪਣੇ ਪੰਜਾਬ ਦੇ ਵਿੱਚ ਹਰਮੰਦਰ ਸਾਹਿਬ 'ਤੇ ਜਾਂ ਅਕਾਲ ਤਖ਼ਤ ਸਾਹਿਬ 'ਤੇ ਇਹ ਅਟੈਕ ਚੱਲ ਰਿਹਾ ਵੀ ਆਹ ਜਿਹੜਾ ਆਪਰੇਸ਼ਨ ਬਲੂ ਸਟਾਰ ਚੱਲ ਰਿਹਾ, ਇਸ ਬਾਰੇ ਵੀ ਸਾਨੂੰ ਕੋਈ ਨੌਲੇਜ ਨਹੀਂ ਸੀ। ਇਹ ਬਾਅਦ ਦੇ ਵਿੱਚ ਜਦੋਂ ਅਸੀਂ ਅਲਵਰ ਪਹੁੰਚ ਗਏ ਹਾਂ ਜੀ, ਅਲਵਰ ਪਹੁੰਚ ਕੇ ਸਾਡੀ ਯੂਨਿਟ ਦਾ ਇੱਕ ਗੁਰਸਿੱਖ ਸੀਗਾ, ਉਹ ਸਿੰਘ MT ਹੌਲਦਾਰ ਸੀ, ਉਹ ਛੁੱਟੀ ਕੱਟ ਕੇ ਆਇਆ। ਤਾਂ ਉਹਨੇ ਜਦੋਂ ਆਣ ਕੇ ਯੂਨਿਟ ਦੇ ਵਿੱਚ ਰੌਲਾ ਪਾਇਆ ਕਿ ਪੰਜਾਬ ਦਾ ਬਹੁਤ ਬੁਰਾ ਹਾਲ ਕਰ ਰਹੀ ਆ ਜਿਹੜੀ ਆਰਮੀ ਆ, ਅਤੇ ਖਾਸ ਕਰਕੇ ਆ ਜਿਹੜੇ CRP ਵਾਲੇ ਨੇ, ਇਹ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਵਹਿੰਦੇ, ਬੱਚੇ ਨਹੀਂ ਵੇਖਣ ਡਏ, ਅਤੇ ਆਪਣੇ ਹਰਿਮੰਦਰ ਸਾਹਿਬ 'ਤੇ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਹੋ ਚੁੱਕਾ ਹੈ। ਆਪਣਾ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਹੈ। ਅਤੇ ਮਹਾਰਾਜ ਦੇ ਸਰੂਪ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਪ੍ਰਕਾਸ਼ ਸਨ ਹਰਿਮੰਦਰ ਸਾਹਿਬ ਦੇ ਵਿੱਚ, ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ। ਉਹਦੇ ਜਿਹੜਾ ਤਾਬਿਆ ਬੈਠਾ ਸਿੰਘ ਸਾਹਿਬ ਸਾਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇੱਕ ਰਾਗੀ ਜਥਾ ਜਿਹੜਾ ਕੀਰਤਨ ਕਰਕੇ ਵਾਪਸ ਆ ਰਿਹਾ ਸੀ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਾਣੀ ਇਹੋ ਜਿਹੀਆਂ ਗੱਲਾਂ ਬਾਅਦ ਦੇ ਵਿੱਚ ਸਾਨੂੰ ਪਤਾ ਲੱਗੀਆਂ ਜੀ। ਤਾਂ ਉਸ ਵਕਤ
ਫਿਰ ਕਿਸ ਤਰ੍ਹਾਂ ਦੀ ਜਿਹੜੀ ਤੁਸੀਂ ਯੋਜਨਾ ਤਿਆਰ ਕੀਤੀ? ਤੁਸੀਂ ਦੱਸਿਆ ਤੁਸੀਂ ਵਿਦਰੋਹ ਕਰ ਦਿੱਤਾ ਸੀਗਾ, 6000 ਤੋਂ ਵੱਧ ਸੈਨਿਕਾਂ ਨੇ ਵੱਡਾ ਵਿਦਰੋਹ ਕੀਤਾ, ਤੇ ਉਹ ਵਿਦਰੋਹ ਨੂੰ ਸਰਕਾਰ ਨੇ ਕਿਸ ਤਰ੍ਹਾਂ ਦਬਾਇਆ? ਅਸੀਂ ਜੀ ਜਦੋਂ ਇਹ ਗੱਲਾਂ ਜਿਹੜੀਆਂ ਸਾਡੀ ਯੂਨਿਟ ਦੇ ਵਿੱਚ ਚੱਲੀਆਂ ਸੁਣੀਆਂ, ਉੱਥੇ ਜਿਹੜੇ, ਕਿਉਂਕਿ ਸਾਡੀ ਤਾਂ ਉਦੋਂ ਨੌਕਰੀ 4-5 ਸਾਲ ਸੀ, ਅਸੀਂ ਤਾਂ ਇੱਕ ਹਿਸਾਬ ਦੇ ਬਹੁਤ ਜੂਨੀਅਰ ਸਾਂ ਬਹੁਤ, ਜਿਹੜੇ ਸਾਡੇ ਤੋਂ ਸੀਨੀਅਰ ਸੀ ਉੱਪਰ ਦੇ ਰੈਂਕ ਵਾਲੇ, ਉਹਨਾਂ ਨੇ ਇਹ ਫਿਰ ਸਾਰਿਆਂ ਨੇ ਰਲ ਮਿਲ ਕੇ ਵੀ ਆਪਾਂ ਨੂੰ ਹੁਣ ਇੱਥੇ ਨੌਕਰੀ ਨਹੀਂ ਕਰਨੀ ਚਾਹੀਦਾ, ਆਪਾਂ ਨੂੰ ਛੱਡਣਾ ਚਾਹੀਦਾ। ਜਜ਼ਬਾ ਜਿਹਾ ਅਣਖ ਜੀ ਭਰੀ 1-2 ਸਿੰਘ ਸੀ ਸਾਡੇ, ਉਹਨਾਂ ਨੇ, ਅਤੇ ਅਸੀਂ ਫਿਰ ਬੈਰਕਾਂ ਛੱਡੀਆਂ ਜੀ। ਅਸੀਂ ਤਕਰੀਬਨ 10 ਤੇ 11 ਜੂਨ ਦੀ ਜਿਹੜੀ ਸ਼ਾਮ ਸੀ, ਤਕਰੀਬਨ 9 ਵਜੇ ਅਸੀਂ ਉੱਥੋਂ ਬੈਰਕਾਂ ਛੱਡੀਆਂ ਨੇ। ਅਸੀਂ ਜਦੋਂ ਬੈਰਕਾਂ ਛੱਡੀਆਂ ਉਦੋਂ ਅਸੀਂ ਕਾਫੀ ਸਿੰਘ ਸਾਂ, ਪਰ ਉਹਨਾਂ ਦੇ ਵਿੱਚ ਐਵੇਂ ਹੋ ਗਿਆ ਵੀ ਜਦੋਂ ਗੱਡੀਆਂ ਤੋਰੀਆਂ ਹੈ, ਕਿਉਂਕਿ ਕੋਤ-ਕਾਤ ਤੋੜੇ ਸੀ, ਆਪਦੇ ਕੋਤ ਤੋੜੇ, ਸਾਡੀ ਇੱਕ ਡੇਬਲ ਲੋਕੇਟਿੰਗ ਬੈਟਰੀ ਸੀ ਉਹਦੇ ਕੋਤ ਤੋੜੇ, ਇੱਕ ASC ਬਟਾਲੀਅਨ ਦੀ ਸ਼ਾਖਾ ਸੀ ਛੋਟੀ ਜੀ, ਉਹਨਾਂ ਦੇ ਵੀ ਕੋਤ ਸੀ, ਉਹ ਵੀ ਤੋੜੇ, ਅਤੇ ਕੁਛ ਅਸੀਂ ਸਾਡੇ ਕੋਲ ਜਿਹੜੇ ਗਰਨੂਡ ਸੀ ਉਹ ਵੀ ਅਸੀਂ ਲੋਡ ਕਰਕੇ ਆਪਦੇ POL ਤੇਲ ਹੁੰਦਾ ਤੇਲ। ਤਾਂ ਉਸ ਵਕਤ ਜੀ ਤੁਸੀਂ ਇੰਨਾ ਅਸਲਾ ਜਿਹੜਾ ਨਾਲ ਲੈ ਕੇ ਜਿਹੜਾ ਤੁਸੀਂ ਬੈਰਕਾਂ ਛੱਡੀਆਂ ਤੇ ਵਿਦਰੋਹ ਕਰਕੇ ਨਿਕਲੇ, ਤੁਸੀਂ ਬਾਗੀ ਹੋ ਗਏ, ਕਹਿਣ ਦਾ ਮਤਲਬ ਫੌਜ ਦੇ ਵਿੱਚੋਂ। ਕੀ ਮਨ ਸੀ ਤੁਹਾਡਾ? ਪੰਜਾਬ ਆ ਕੇ ਤੁਸੀਂ ਕੀ ਕਰਨਾ ਚਾਹੁੰਦੇ ਸੀ, ਜਾਂ ਫਿਰ ਕਿਤੇ ਹੋਰ ਜਗ੍ਹਾ, ਕਿਤੇ ਹੋਰ ਜਾਣ ਦਾ ਤੁਹਾਡਾ ਵਿਚਾਰ ਸੀ? ਨਹੀਂ ਜੀ ਨਹੀਂ, ਸਾਡਾ ਪੰਜਾਬ ਆਉਣ ਦਾ ਵਿਚਾਰ ਸੀ, ਉਹੋ ਹੀ ਕਰਨਾ ਸੀ ਜੋ ਇੱਥੋਂ ਦੀ ਜਿਹੜੀ ਇੰਡੀਅਨ ਆਰਮੀ ਜਿਹੜੀ ਸਾਡੇ ਭਰਾਵਾਂ 'ਤੇ ਕਰ ਰਹੀ ਸੀ, ਸਾਡੀਆਂ ਭੈਣਾਂ 'ਤੇ ਕਰ ਰਹੀ ਸੀ, ਸਾਡੇ ਬੱਚਿਆਂ 'ਤੇ ਕਰ ਰਹੀ ਸੀ, ਉਹੋ ਹੀ ਅਸੀਂ ਕਰਨਾ ਸੀ। ਬਦਲੇ ਦੀ ਭਾਵਨਾ ਸੀ ਸਾਡਾ। ਜਦੋਂ ਸਾਡਾ ਜਿਸ ਚੀਜ਼ ਦੀ, ਵੇਖੋ ਜੀ, ਜਿਸ ਚੀਜ਼ ਦੀ ਅਸੀਂ ਕਸਮ ਖਾਧੀ ਸੀ, ਜਦੋਂ ਅਸੀਂ ਰੰਗਰੂਟੀ ਕਰਕੇ ਪਾਸ ਕਰਕੇ ਸਾਡੀ ਇੱਕ ਕਸਮ ਪਰੇਡ ਹੁੰਦੀ ਆ, ਉਸ ਕਸਮ ਪਰੇਡ ਦੇ ਵਿੱਚ ਅਸੀਂ ਸ਼ਬਦ ਗੁਰੂ ਦੀ ਸਹੁੰ ਖਾਧੀ ਸੀ ਕਿ ਜਦੋਂ ਉਹਦੇ ਹੱਥ ਰੱਖ ਕੇ ਨਾ ਗੁਟਕਾ ਸਾਹਿਬ 'ਤੇ, ਅਤੇ ਉੱਥੇ ਅਸੀਂ ਕਹਿੰਦੇ ਹਾਂ ਵੀ ਹਵਾ ਦੇ ਰਸਤੇ, ਪਾਣੀ ਦੇ ਰਸਤੇ, ਅੱਗ ਦੇ ਰਸਤੇ, ਜਿੱਥੇ ਵੀ ਸਾਡੀ ਡਿਊਟੀ ਲੱਗੇਗੀ, ਜਿੱਥੇ ਵੀ ਸਾਨੂੰ ਹੁਕਮ ਕਰੇਗੀ ਫੌਜ, ਅਸੀਂ ਉੱਥੇ ਪਹੁੰਚਾਂਗੇ। ਅਸੀਂ ਉਸ ਸ਼ਬਦ ਗੁਰੂ ਦੀ ਸਹੁੰ ਖਾ ਕੇ ਅਸੀਂ ਇਹ ਜਾਣੀ ਕਸਮ ਪਰੇਡ ਲਈ ਸੀ। ਅਤੇ ਜਦੋਂ ਉਸੇ ਸ਼ਬਦ ਗੁਰੂ ਨੂੰ ਹੀ ਇਹਨਾਂ ਨੇ ਟਾਰਗੇਟ ਕੀਤਾ, ਉਸੇ ਸਾਡੇ ਹਰਿਮੰਦਰ ਨੂੰ ਟਾਰਗੇਟ ਕੀਤਾ, ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਅਤੇ ਫਿਰ ਦੱਸੋ ਅਸੀਂ ਇਹਨਾਂ ਅੱਗੇ ਜਾ ਕੇ ਅਸੀਂ ਇਹਨਾਂ ਨੂੰ ਲੱਡੂ ਥੋੜ੍ਹੇ ਖਵਾਉਣ ਗਏ ਸੀ ਉੱਥੇ। ਅਸੀਂ ਫਿਰ ਜਿਵੇਂ ਇਹ ਕਰ ਰਹੇ ਸੀ, ਤਬਾਹੀ ਇਹ ਡਾ ਰਹੇ ਸੀ, ਤਬਾਹੀ ਅਸੀਂ ਡਾਉਣੀ ਸੀ। ਕਿੰਨਾ ਕੁ ਅਸਲਾ ਸੀ ਉਸ ਵਕਤ? ਅਸਲਾ ਸਾਡੇ ਕੋਲ ਬਹੁਤ ਸੀ, ਤਕਰੀਬਨ 70,000 ਦੇ ਕਰੀਬ ਤਾਂ ਸਾਡੇ ਕੋਲ ਗ੍ਰੇਨੇਡ ਹੀ ਸੀਗਾ, ਅਸਲਾ ਬਹੁਤ ਸੀਗਾ। 3 ਯੂਨਿਟਾਂ ਦੇ ਸਾਡੇ ਕੋਲ ਕੋਤ ਤੋੜੇ ਸੀ ਅਸੀਂ, ਅਤੇ ਅਸਲੇ ਦੀ ਕੋਈ ਕਮੀ ਨਹੀਂ ਸੀ। ਬੰਦੇ ਅਸੀਂ ਇੰਨੇ ਹਾਂ ਵੀ ਬੰਦੇ ਅਸੀਂ 27 ਸਾਂ, 2700 ਸਾਡਾ ਇੱਕ ਸਿੰਘ ਜਿਹੜਾ ਸੀਤਲ ਸਿੰਘ ਸੀ ਮਾਣਯੋਗ, ਉਹ ਬੜੀ ਵੱਡੀ ਸ਼ੈ ਸੀ, ਉਹ ਬਹੁਤ ਵੱਡੀ ਸ਼ਖਸੀਅਤ ਸੀ ਸਾਡੀ ਯੂਨਿਟ ਦਾ, ਸਰਵਿਸ ਦਾ ਪਲੇਅਰ ਸੀਗਾ ਵਾਕਿੰਗ ਦਾ, ਉਹ ਸ਼ਹੀਦ ਹੋ ਗਿਆ ਸੀ। ਅਤੇ ਅਸੀਂ 26 ਬੰਦੇ 9 ਸਾਂ। ਬਾਕੀ ਜਦੋਂ ਅਸੀਂ ਬੈਰਕਾਂ ਛੱਡੀਆਂ ਉਦੋਂ ਅਸੀਂ ਤਕਰੀਬਨ 35-40 ਦੇ ਕਰੀਬ ਸੀ, ਪਰ ਵਿੱਚੋਂ ਬੰਦਿਆਂ ਨੇ ਜਾਣੀ ਉਹਨਾਂ ਨੇ ਛਾਲਾਂ ਮਾਰ ਕੇ ਮਿਸਿੰਗ ਹੋ ਗਏ, ਵਿੱਚੋਂ ਪਾਸੇ ਆਸੇ ਨਿਕਲ ਗਏ ਜੀ। ਤਾਂ ਪੂਰੀ ਗਿਣਤੀ ਕਿੰਨੀ, ਪੂਰੀ ਅੰਕੜਾ ਕਿੰਨਾ ਸੀਗਾ ਜੀ ਜਿਨ੍ਹਾਂ ਨੇ ਵਿਦਰੋਹ ਕੀਤਾ ਤੇ ਵੱਖ-ਵੱਖ ਬੈਰਕਾਂ ਦੇ ਵਿੱਚੋਂ ਕੀਤਾ? ਸਾਰੇ ਜਿੰਨੇ ਵੀ ਹੈਗੇ ਨੇ, ਜਿੰਨੀਆਂ ਵੀ ਯੂਨਿਟਾਂ, ਸਿੱਖ ਯੂਨਿਟਾਂ ਨੇ ਬੈਰਕਾਂ ਛੱਡੀਆਂ ਸਨ ਨਾ ਜੀ, ਇਹ ਅਸੀਂ ਨਾ ਉੱਥੇ, ਮੈਂ SGPC ਦੇ ਵਿੱਚ ਵੀ ਮੁਲਾਜ਼ਮ ਰਿਹਾ, ਮੈਂ ਟਾਸਕ ਫੋਰਸ ਦੇ ਵਿੱਚ ਨੌਕਰੀ ਕੀਤੀ ਆ, ਉੱਥੇ ਅਸੀਂ 100-150 ਬੰਦਾ ਸਾਂ ਧਰਮੀ ਫੌਜੀ। ਉਹ ਅਸੀਂ ਉੱਥੇ ਜਦੋਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹਾਂ ਤਾਂ ਉੱਥੋਂ ਪਤਾ ਲੱਗਦਾ ਸੀ ਵੀ 6225 ਤਾਂ ਉਹ ਕਹਿਣ ਡੇ ਸੀ ਨਾ, 6225 ਤਾਂ ਉਹ ਮੁੰਡੇ ਜਿਹੜੇ ਜਿਨ੍ਹਾਂ ਨੇ ਸਾਰਾ ਅੰਕੜਾ ਇਕੱਠਾ ਕੀਤਾ ਸੀ, 6225 ਤੱਕ ਉਹ ਕਹਿੰਦੇ ਸਨ, ਅਤੇ ਹੋ ਸਕਦਾ ਇਹ ਤੋਂ ਜ਼ਿਆਦਾ ਵੀ ਹੋਣ। ਜੀ ਇੰਨੇ ਫੌਜੀ ਪੰਜਾਬ ਦੇ ਵਿੱਚ ਆ ਜਾਂਦੇ ਉਸ ਵਕਤ, ਗੁੱਸਾ ਸੀਗਾ, ਜਵਾਨੀ ਹੋਣੀ ਹੈ ਜੀ, ਜਵਾਨ ਸੀਗੇ ਤੁਸੀਂ, ਜਵਾਨੀ ਦੀ ਉਮਰ ਹੈ, ਜਵਾਨ ਫੌਜੀ ਸਾਰੇ ਹੁੰਦੇ ਆ ਨਾ ਜੀ ਉਮਰ, ਉਹ ਇਸ ਉਮਰ ਦੇ ਵਿੱਚ ਇੰਨੇ ਜੋਸ਼ ਨੂੰ ਕੰਟਰੋਲ ਕਿਵੇਂ ਕੀਤਾ ਗਿਆ ਸਰਕਾਰ ਦੇ ਵੱਲੋਂ? ਸਰਕਾਰ ਵੱਲੋਂ ਨਹੀਂ, ਜਿਵੇਂ ਪਿੱਛੇ ਜਿਵੇਂ ਰਾਮਗੜ੍ਹ ਤੋਂ ਸੈਂਟਰ ਤੋਂ ਭੱਜੇ ਸਾਡੇ ਜਿਹੜੀ ਸਿੱਖ ਸੈਂਟਰ ਸੀਗਾ, ਸਭ ਤੋਂ ਜ਼ਿਆਦਾ ਤਾਦਾਦ ਸਿੱਖ ਸੈਂਟਰ ਦੀ ਸੀ। ਸਿੱਖ ਸੈਂਟਰ ਦੇ ਵਿੱਚ ਜਿਹੜੇ ਰੰਗਰੂਟੀ ਕਰਦੇ ਸੀ ਨਾ, ਰੰਗਰੂਟ ਕਰ ਰਹੇ ਸੀ ਉਸ ਟਾਈਮ, ਉਹਨਾਂ ਦੀ ਤਾਦਾਦ ਜ਼ਿਆਦਾ ਸੀ, ਕਿਉਂਕਿ ਉਸਤਾਦ ਕਿੰਨੇ ਕੁ ਹੁੰਦੇ ਆ, ਉਹਨਾਂ ਦੀ ਤਾਦਾਦ ਜ਼ਿਆਦਾ ਸੀ। ਉਹ ਉੱਧਰ ਹੀ ਘੇਰੇ ਗਏ ਪਿੱਛੇ, ਜਦੋਂ ਐਡੀ ਦੂਰੋਂ ਆਉਣਾ ਕਿਹੜਾ ਸੌਖਾ ਸੀ ਕੰਮ। ਫਿਰ ਪੂਨੇ ਤੋਂ ਜਿਹੜੇ ਭੱਜੇ ਸਾਡੇ ਉਹਨਾਂ ਨੇ 14 ਪੰਜਾਬ ਵਾਲਿਆਂ ਨੇ ਬੈਰਕਾਂ ਛੱਡੀਆਂ, ਉੱਥੋਂ ਵੀ ਆਉਣਾ ਬਹੁਤ ਮੁਸ਼ਕਿਲ ਸੀ। ਯਾਨੀ ਦੂਰੋਂ ਜਿੰਨੀ ਵੀ ਦੂਰੋਂ ਹੋ ਸਕਿਆ ਆਰਮੀ ਨੇ, ਜਿੱਥੋਂ ਵੀ ਆਰਮੀ ਬੈਠੀ ਸੀ ਉਹਨਾਂ ਬੈਰਕਾਂ ਛੱਡੀਆਂ। ਉਹਨਾਂ ਦਾ ਪੰਜਾਬ ਪਹੁੰਚਣਾ ਤਾਂ ਮੁਸ਼ਕਿਲ ਸੀ, ਪਰ ਉਹਨਾਂ ਦੇ ਹੌਸਲੇ ਨੂੰ ਸਲਾਮ ਆ ਕਿ ਉਹਨਾਂ ਨੇ ਹੌਸਲਾ ਤਾਂ ਕੀਤਾ। ਕੋਈ ਉਹਨਾਂ ਨੇ ਜਾਣੀ ਵੀ ਉਹ ਤਾਂ ਨੌਕਰੀ ਦਾ ਡਰ ਵੀ ਨਹੀਂ ਰੱਖਿਆ, ਆਪਦੇ ਬੱਚਿਆਂ ਦਾ ਡਰ ਨਹੀਂ ਰੱਖਿਆ ਵੀ ਬੱਚੇ ਸਾਡੇ ਮਗਰੋਂ ਕੀ ਕਰਨਗੇ, ਅਤੇ ਉਹਨਾਂ ਨੇ ਹੌਸਲਾ ਕੀਤਾ। ਉਹਨਾਂ ਦੇ ਸਲਾਮ ਹੈ ਉਹਨਾਂ ਦੇ ਹੌਸਲੇ ਨੂੰ ਜੀ। ਸਜ਼ਾ ਫਿਰ ਕਿੰਨਾ ਚਿਰ ਤੁਹਾਨੂੰ ਹੋਈ ਜੀ ਇਸ ਮਾਮਲੇ ਦੇ ਵਿੱਚ? ਸਜ਼ਾ ਸਾਨੂੰ ਜੀ ਤਕਰੀਬਨ ਸਾਲ ਤਾਂ ਅਸੀਂ ਅੰਡਰ ਕਸਟਡੀ ਨਜ਼ਰਬੰਦ ਰਹੇ ਹਾਂ ਜੀ। ਉਹ ਬੜੇ ਜਿਹੜੀ ਭਰਤਪੁਰ ਜੇਲ੍ਹ ਸੀਗੀ ਨਾ ਜੀ, ਇੱਕ ਰਾਜੇ ਦੀ ਜੇਲ੍ਹ ਸੀ ਜੀ, ਜਿਹਦੇ 'ਚ ਸਾਨੂੰ ਅਰੈਸਟ ਰੱਖਿਆ ਗਿਆ।
ਉਹਦੇ ਕਮਰੇ ਜਿਹੜੇ ਸੀ, ਜੇ ਮੈਂ ਤੁਹਾਨੂੰ ਉਹਨਾਂ ਦੀ ਸਾਈਜ਼ ਦੱਸਾਂ ਤਾਂ 7 ਬਾਈ 4 ਫੁੱਟ ਦੇ ਸੀ, ਜਿਹੜੇ 'ਚ ਅਸੀਂ ਰਹਿੰਦੇ ਸਾਂ। ਮੇਰੇ ਨਾਲ ਦੇ ਸਿੰਘ ਸੀ ਜਿਹੜੇ 'ਚ ਰਹਿੰਦੇ, ਅਸੀਂ 4 ਜਾਣੇ ਸੀ ਇੱਕ ਕਮਰੇ ਦੇ ਵਿੱਚ। 7 ਬਾਈ 4 ਫੁੱਟ ਦੇ ਵਿੱਚ ਅਸੀਂ 4 ਜਾਣੇ ਰਹਿ ਰਹੇ ਸੀ। ਅਤੇ ਉਹਦੇ ਨਾਲ ਹੀ ਸੱਜੇ ਪਾਸੇ ਸਾਡਾ ਲੈਟਰੀਨ ਵਾਲਾ ਪੀਪਾ ਹੁੰਦਾ ਸੀ। ਜੇ ਸਾਨੂੰ ਰਾਤ ਨੂੰ ਬਾਈ ਦਾ ਵੇ, ਦਿਨੇ ਤਾਂ ਸਾਨੂੰ ਕੱਢ ਲੈਂਦੇ ਸੀ ਹੱਥ ਕੜੀ ਲਾ ਕੇ, ਪਰ ਰਾਤ ਨੂੰ ਸਾਨੂੰ ਜੇ ਬਾਈ ਦਾ ਵੇ ਟੱਟੀ ਪਿਸ਼ਾਬ ਕੋਈ ਆ ਜਾਣਾ ਨਾ, ਅਤੇ ਸਾਨੂੰ ਉਹਦੇ 'ਚ ਕਰਨਾ ਪੈਂਦਾ ਸੀ, ਉਸੇ ਕਮਰੇ 'ਚ ਕਰਨਾ ਪੈਂਦਾ ਸੀ। ਅਤੇ ਜਿਹੜੀ ਸਾਡੀ ਸੌਣ ਦੀ ਸਥਿਤੀ ਸੀ ਉਹ ਇਸ ਤਰ੍ਹਾਂ ਦੀ ਸੀ ਕਿ ਜੇ ਅਸੀਂ ਆਪਦਾ ਲੱਕ ਸਿੱਧਾ ਕਰਨਾ ਹੁੰਦਾ ਸੀ, ਥੱਲੇ ਸਿੱਧਾ ਫਲਾਈਟ ਕਰਨਾ ਹੁੰਦਾ ਸੀ, ਤਾਂ ਸਾਨੂੰ ਲੱਤਾਂ ਆਪਦੀਆਂ ਕੰਧ ਨਾਲ ਲਾਉਣੀਆਂ ਪੈਂਦੀਆਂ ਸੀ। ਅਤੇ ਜੇ ਅਸੀਂ ਲੱਤਾਂ ਸਿੱਧੀਆਂ ਕਰਦੇ ਹਾਂ ਤਾਂ ਸਾਨੂੰ ਲੱਕ ਆਪਦਾ ਕੰਧ ਨਾਲ ਲਾਉਣਾ ਪੈਂਦਾ ਸੀ। ਇੰਨੀ ਮਾੜੀ ਹਾਲਤ ਸੀ, ਯਾਨੀ ਮੈਂਟਲੀ ਟਾਰਚਰ ਬਹੁਤ ਕੀਤਾ ਸਾਨੂੰ, ਬਹੁਤ ਜ਼ਿਆਦਾ ਕੀਤਾ। ਸਾਡੇ ਸਾਹਮਣੇ ਸਾਡੀ ਦਾਲ ਦੇ ਵਿੱਚ ਪਾਣੀ ਪਾ ਦੇਣਾ, ਜੇ ਅਸੀਂ ਕਹਿਣਾ ਨਾ ਵੀ ਦਾਲ ਥੋੜ੍ਹੀ ਆ, ਤਾਂ ਸਾਡੇ ਸਾਹਮਣੇ ਪਾਣੀ ਪਾ ਦਿੰਦੇ ਸੀ। ਪਰ ਅਸੀਂ ਵੀ ਅੱਗੋਂ ਉਹੋ ਜਿਹੇ ਸੀ, ਧੰਨ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਸਮਝ ਕੇ ਛਕ ਲੈਣੀ, ਵਧੀਆ ਸੀ, ਨਜ਼ਾਰੇ ਲੈਂਦੇ ਰਹੇ। ਪਰ ਜੇ ਪੰਜਾਬ ਦੇ ਵਿੱਚ ਪਹੁੰਚ ਜਾਂਦੇ ਕਿਸੇ ਹਿਸਾਬ ਨਾਲ ਉਹ ਇੰਨੇ ਫੌਜੀ ਜਾਂ ਇੰਨਾ ਅਸਲਾ ਲੈ ਕੇ, ਤਾਂ ਸਥਿਤੀ ਹੋਰ ਜਿਹੜੀ ਉਸ ਦਾ ਨਤੀਜਾ ਭਿਆਨਕ ਹੋ ਸਕਦੇ ਸੀ, ਸਿੱਟੇ ਬਹੁਤ ਭਿਆਨਕ ਹੋ ਸਕਦੇ ਸੀ। ਜੇ ਅਸੀਂ ਪੰਜਾਬ 'ਚ ਸਾਰੀ ਆਰਮੀ ਜਿੰਨੇ ਵੀ ਹੈਗੇ ਸੀ, ਇਹ ਥੋੜ੍ਹਾ ਸੀ ਫਿਰ ਵੀ ਇਹ 6200 ਕੁਛ ਹੀ ਆਉਂਦੇ, ਹੋ ਸਕਦਾ ਜਿਹੜੀ ਪੰਜਾਬ ਦੇ ਵਿੱਚ ਆਰਮੀ ਲੱਗੀ ਸੀ ਉਹ ਵੀ ਸਾਡਾ ਸਾਥ ਦਿੰਦੀ। ਵਜ੍ਹਾ ਇਹੀ ਸੀ ਕਿ ਤੁਸੀਂ ਪੰਜਾਬ ਤੋਂ ਸੰਬੰਧ ਹੋ, ਤੁਸੀਂ ਸਿੱਖ ਹੋ, ਤਾਂ ਫਿਰ ਤੁਹਾਨੂੰ ਦੱਸਿਆ ਤੁਸੀਂ ਕਿ ਉਸ ਤੋਂ 1 ਸਾਲ ਕਸਟਡੀ ਤੋਂ ਬਾਅਦ ਤੁਹਾਨੂੰ ਫਿਰ ਪੰਜਾਬ ਨਹੀਂ ਆਉਣ ਦਿੱਤਾ ਗਿਆ। ਉਸ ਤੋਂ ਬਾਅਦ ਵੀ ਪੰਜਾਬ ਤੋਂ ਦੂਰ ਕਿਤੇ ਨਾ ਕਿਤੇ ਤੁਹਾਨੂੰ ਸਰਵਿਸ ਆ ਉਹ ਤੁਹਾਡੀ ਰੱਖੀ ਗਈ। ਪੰਜਾਬ ਤੋਂ ਦੂਰ, ਹਾਂਜੀ, ਐਵੇਂ ਜਿਵੇਂ 1 ਸਾਲ ਅਸੀਂ ਕਸਟਡੀ ਰਹੇ, ਉਸ ਤੋਂ ਬਾਅਦ ਸਾਡਾ ਸਮਰੀ ਕੋਰਟ ਮਾਰਸ਼ਲ ਹੋਇਆ। ਇਹ ਕੋਰਟ ਮਾਰਸ਼ਲ ਜਿਹੜੇ ਹੈਗਾ ਨਾ, ਇਹਨਾਂ ਦੀਆਂ 2 ਹੈਗੀਆਂ ਨੇ ਅਲੱਗ-ਅਲੱਗ। ਜਿਵੇਂ ਇੱਕ ਜਨਰਲ ਕੋਰਟ ਮਾਰਸ਼ਲ ਹੁੰਦਾ, ਉਹ ਜਨਰਲ ਕੋਰਟ ਮਾਰਸ਼ਲ ਦਾ ਇਹ ਮਤਲਬ ਆ ਵੀ ਉਹਦੇ 'ਚ ਨਾ ਸਜ਼ਾ ਦੇਣ ਤੋਂ ਬਾਅਦ ਉਸ ਬੰਦੇ ਦੀ ਜਦੋਂ ਸਜ਼ਾ ਖਤਮ ਹੋ ਗਈ, 2, 2.5 ਸਾਲ, 5 ਸਾਲ, 10 ਸਾਲ, ਜਿੰਨੀ ਵੀ ਸਜ਼ਾ ਦੇਣੀ ਆ, ਉਹ ਸਜ਼ਾ ਖਤਮ ਹੋਣ ਤੋਂ ਬਾਅਦ ਉਸ ਬੰਦੇ ਨੂੰ ਡਿਸਮਿਸ ਫਰੋਮ ਸਰਵਿਸ ਕਰ ਦਿੱਤਾ ਜਾਂਦਾ, ਉਹਨੂੰ ਘਰ ਭੇਜ ਦਿੱਤਾ ਜਾਂਦਾ। ਅਤੇ ਜਿਹੜਾ ਸਾਡਾ ਹੋਇਆ ਸੀ ਸਮਰੀ ਕੋਰਟ ਮਾਰਸ਼ਲ, ਸਾਨੂੰ ਐਂ ਸੀ ਵੀ 3-3 ਮਹੀਨਿਆਂ ਦੀ ਸਜ਼ਾ ਦੇਣ ਤੋਂ ਬਾਅਦ ਸਜ਼ਾ ਕਟਾ ਕੇ ਉਸ ਤੋਂ ਬਾਅਦ ਸਾਨੂੰ ਫਿਰ ਆਰਮੀ ਜੁਆਇਨ ਕਰ ਲਈ। ਕਈਆਂ ਨੂੰ ਤਾਂ ਉਸੇ ਯੂਨਿਟ 'ਚ ਹੀ ਰਹਿਣ ਦਿੱਤਾ, ਜਿਵੇਂ ਕਿ ਸਾਨੂੰ ਸੀ, ਅਸੀਂ ਆਪਦੀ ਯੂਨਿਟ 'ਚ ਹੀ ਰਹੇ ਹਾਂ। ਅਤੇ ਕਈਆਂ ਨੂੰ ਯੂਨਿਟਾਂ ਜਿਹੜੀਆਂ ਅਸੀਂ ਬਦਲੀ ਕਰਤੀਆਂ, ਜਿਵੇਂ ਕਿਸੇ ਨੂੰ ਆਰਮਡ 'ਚ ਭੇਜਤਾ, ਸਿੱਖ ਸੈਂਟਰ ਵਾਲਿਆਂ ਨੂੰ ਆਰਮਡ 'ਚ ਭੇਜਤਾ, ਕਿਸੇ ਨੂੰ ਸਿਗਨਲ 'ਚ ਭੇਜਤਾ, ਕਿਸੇ ਨੂੰ ਕਿਸੇ ਪਾਸੇ ਭੇਜਤਾ, ਅਲੱਗ-ਅਲੱਗ ਯੂਨਿਟਾਂ ਦੇ ਵਿੱਚ, ਯਾਨੀ ਉਸ ਯੂਨਿਟ 'ਚ ਨਹੀਂ ਰਹਿਣ ਦਿੱਤਾ, ਅਲੱਗ ਉਹਦੀ ਕੋਰ ਹੀ ਬਦਲੀ ਕਰ ਦਿੱਤੀ। ਇਸ ਤਰ੍ਹਾਂ ਕਰਕੇ ਹੋ ਗਿਆ ਸੀ। ਸੋ ਸਾਡੀ ਜਿਹੜੀ ਯੂਨਿਟ ਸੀ, ਅਸੀਂ ਉਸ ਤਰ੍ਹਾਂ ਰਹਿ ਗਏ। ਅਤੇ ਜਿਹੜੇ ਤੁਸੀਂ ਕਹਿੰਦੇ ਜੀ ਵੀ ਆਉਣ ਨਹੀਂ ਦਿੱਤਾ, ਜਿੰਨਾ ਚਿਰ ਤਾਂ ਸਾਡੀ ਸਜ਼ਾ ਬਰਕਰਾਰ ਰਹੀ ਉਹਨਾਂ ਚਿਰ ਸਾਨੂੰ ਪੰਜਾਬ ਨਹੀਂ ਵੜਨ ਦਿੱਤਾ। ਉਸ ਤੋਂ ਬਾਅਦ ਜਦੋਂ ਸਾਡੀਆਂ ਸਜ਼ਾ ਖਤਮ ਹੋ ਗਈਆਂ, ਦੱਸਿਆ ਕਿ ਉਸ ਤੋਂ ਬਾਅਦ ਵੀ CID ਤੁਹਾਡੇ 'ਤੇ ਨਿਗਾਹ ਰੱਖਦੀ ਰਹੀ ਕਿ ਤੁਸੀਂ ਕਿਸੇ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਸ਼ਾਮਲ ਤਾਂ ਨਹੀਂ। ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ। ਮੈਂ ਇੱਕ ਵਾਰੀ ਨਾ, ਜਦੋਂ ਅਸੀਂ ਜਾਣੀ ਵੀ ਉੱਧਰੋਂ ਸਜ਼ਾ ਕੱਟਣ ਤੋਂ ਬਾਅਦ ਸਾਨੂੰ ਛੁੱਟੀ ਭੇਜਿਆ, ਛੁੱਟੀ ਅਸੀਂ ਆ ਗਏ, ਤਾਂ ਆਮ ਆਪਣੇ ਮਨ ਦੇ ਵਿੱਚ ਇਹੋ ਹੀ ਹੁੰਦਾ ਵੀ ਚਲੋ ਸੱਚੇ ਪਾਤਸ਼ਾਹ ਨੇ ਸਾਨੂੰ ਜੇ ਬਖਸ਼ ਦਿੱਤਾ, ਸਾਨੂੰ ਜ਼ਿੰਦਗੀ ਬਖਸ਼ੀ ਆ, ਅਤੇ ਆਪਾਂ ਉਹਦਾ ਸ਼ੁਕਰਾਨਾ ਮੱਥਾ ਟੇਕ ਕੇ ਆਉਂਦੇ ਹਾਂ। ਅਸੀਂ ਹਰਿਮੰਦਰ ਸਾਹਿਬ ਮੈਂ ਮੱਥਾ ਟੇਕਣ ਗਿਆ, ਤਾਂ ਉੱਥੇ ਵੀ ਇੱਕ ਬੰਦਾ, ਇੱਕ ਸਿੰਘ, ਮੈਨੂੰ ਲੱਗਦਾ ਉਹ ਪੁਲਿਸ ਮੁਲਾਜ਼ਮ ਸੀ, ਉਹਨੇ ਮੈਨੂੰ ਚੈੱਕ ਕੀਤਾ ਵੀ ਇਹ ਕਿਤੇ ਖਾੜਕੂ ਤਾਂ ਨਹੀਂ, ਜਾਂ ਕਿਤੇ ਇਹ ਕੋਈ ਇਹੋ ਜਿਹਾ ਬੰਦਾ ਤਾਂ ਨਹੀਂ। ਉਹ ਕਹਿੰਦਾ ਵੀ ਜਥੇਦਾਰ ਨੇ ਬੁਲਾਇਆ। ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਕਿਹੜੇ ਜਥੇਦਾਰ ਨੇ ਬੁਲਾਇਆ ਮੈਨੂੰ? ਅਤੇ ਫਿਰ ਉਹਨੇ ਮੇਰਾ ਖਹਿੜਾ ਛੱਡਿਆ। ਜਾਣੀ ਮੈਂ ਥੋੜ੍ਹਾ ਜਿਹਾ ਨਾ ਕੌੜਾ ਜਿਹਾ ਹੋ ਕੇ ਕਿਹਾ, ਫਿਰ ਉਹਨੇ ਮੇਰਾ ਖਹਿੜਾ ਛੱਡਿਆ। ਇੱਥੋਂ ਤੱਕ ਵੀ ਸਾਨੂੰ ਜਦੋਂ ਆ ਗਏ ਹਾਂ, ਸਾਨੂੰ ਪਿੰਡਾਂ 'ਚ ਆ ਕੇ ਵੀ ਸਾਨੂੰ ਜਿਵੇਂ 10 ਨੰਬਰੀਏ ਤਾਂ ਹਾਜ਼ਰੀ ਲਵਾ ਕੇ ਆਉਂਦੇ ਆ, ਪਰ ਸਾਡੀ ਚੈਕਿੰਗ ਮਗਰ ਦੀ ਮਗਰ ਰਹੀ ਆ, ਸਾਡੇ 'ਤੇ ਸਾਨੂੰ ਚੈੱਕ ਕਰਦੇ ਰਹੇ ਨੇ। ਤਾਂ ਜੀ ਉਸ ਤੋਂ ਬਾਅਦ ਜਿਹੜਾ ਇਹ ਤੁਹਾਡਾ ਰਿਟਾਇਰਮੈਂਟ ਵੀ ਹੋ ਜਾਂਦੀ ਹੈ, ਉਸ ਤੋਂ ਬਾਅਦ ਤੁਹਾਡੀ, ਤਾਂ ਪੰਜਾਬ ਨਾਲ ਤੁਸੀਂ ਹੁਣ ਵੀ ਜੁੜੇ ਰਹੇ ਹੋ, ਹੁਣ ਵੀ ਮਸਲੇ ਪੰਜਾਬ ਦੇ ਨੇ ਜਿਹੜੇ ਤੁਸੀਂ ਲਗਾਤਾਰ ਉੱਥੇ ਦਿੱਲੀ ਦੇ ਬਾਰਡਰਾਂ ਦੇ ਉੱਪਰ ਧਰਨੇ 'ਤੇ ਵੀ ਜਾ ਰਹੇ ਹੋ। ਤਾਂ ਅਜੋਕੇ ਸਮੇਂ ਦੇ ਵਿੱਚ ਸਿੱਖਾਂ ਦੇ ਜਿਹੜੇ ਮਸਲੇ ਨੇ, ਜਾਂ ਬੇਅਦਬੀ ਦਾ, ਜਾਂ 84 ਦਾ ਇਨਸਾਫ ਵੀ ਗੱਲ ਕੀਤੀ ਜਾਂਦੀ ਹੈ ਕਿ ਸਿੱਖਾਂ ਨੂੰ ਨਹੀਂ ਮਿਲਿਆ 84 ਦੇ, ਜੇ ਗੱਲ ਕਰੀਏ ਤਾਂ ਅੱਜ ਪੰਜਾਬ ਦਾ ਮਸਲਾ ਵੱਡਾ ਇਹ ਵੀ ਹੈ ਕਿ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ, ਗੋਲੀ ਕਾਂਡ ਹੋਇਆ, ਉਸ ਤੋਂ ਬਾਅਦ ਉਹ 6 ਸਾਲ ਦਾ ਵਕਤ ਉਹਨੂੰ ਹੋ ਗਿਆ। ਉਮੀਦ ਕਰਦੇ ਹੋ ਕੋਈ ਜਿਹੜਾ ਅਜੋਕਾ ਸਿਸਟਮ ਹੈ ਕਿ ਉਹ ਇਨਸਾਫ ਦੇਗਾ, ਜਾਂ ਸਿੱਖਾਂ ਨੂੰ ਜਾਂ ਪੰਜਾਬੀ ਜਿਹੜਾ ਸਮਾਜ ਆ ਸਾਰੇ ਨੂੰ? ਮੈਨੂੰ ਨਹੀਂ ਲੱਗਦਾ। ਇਹ ਤੁਸੀਂ ਤਾਂ 6 ਸਾਲ ਦੀ ਗੱਲ ਕਰਦੇ ਹੋ, 84 ਨੂੰ 36 ਸਾਲ ਹੋ ਗਏ ਜੀ, 37ਵਾਂ ਸ਼ੁਰੂ ਹੋ ਗਿਆ। ਅਤੇ ਜੇ 36 ਸਾਲਾਂ 'ਚ ਸਾਨੂੰ ਇਨਸਾਫ ਨਹੀਂ ਮਿਲਿਆ, ਅਤੇ ਗਾਂਹ ਅਸੀਂ ਕਿਹੜੇ ਇਨਸਾਫ ਦੀ ਗੱਲ ਕਰਦੇ ਹਾਂ? ਮੈਨੂੰ ਤਾਂ ਨਹੀਂ ਲੱਗਦਾ ਕਿ ਸਾਨੂੰ ਕੋਈ ਪੰਜਾਬ, ਖਾਸ ਕਰਕੇ ਸਾਨੂੰ ਸਿੱਖਾਂ ਨੂੰ, ਪਹਿਲੀ ਗੱਲ ਤਾਂ ਨਫ਼ਰਤ ਤਾਂ ਸਾਰੇ ਪੰਜਾਬੀਆਂ ਨੂੰ ਹੀ ਕਰਦੇ ਇਹ, ਭਾਵੇਂ ਉਹ ਹਿੰਦੂ ਆ, ਭਾਵੇਂ ਮੁਸਲਮਾਨ ਨੇ, ਭਾਵੇਂ ਸਿੱਖ ਨੇ,
ਪਰ ਖਾਸ ਕਰਕੇ ਸਿੱਖਾਂ ਨੂੰ ਤਾਂ ਬਾਹਲੀ ਨਫ਼ਰਤ ਕਰਦੀ ਇਹ ਕੌਮ ਜਿਹੜੀ ਹੈ ਨਾ, ਇਹ ਜਿਹੜੀਆਂ ਪਾਰਟੀਆਂ ਨੇ ਸਿੱਖਾਂ ਨੂੰ ਇਹ ਥੱਲੇ ਲਾ ਕੇ ਰੱਖਣੀਆਂ ਚਾਹੁੰਦੀਆਂ ਨੇ ਵੀ ਇਹ ਕਿਵੇਂ ਨਾ ਕਿਵੇਂ ਇਹਨਾਂ ਦੀ ਧੌਣ ਮਰੋੜ ਕੇ ਰੱਖੋ। ਜੇ ਗੱਲ ਕਰੀਏ ਸਿੱਖਾਂ ਦਾ ਆਜ਼ਾਦੀ ਤੋਂ ਪਹਿਲਾਂ ਵੀ ਵੱਡਾ ਯੋਗਦਾਨ ਰਿਹਾ, ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਗੱਲ ਕੀਤੀ ਜਾਵੇ ਜਾਂ ਵਰਲਡ ਵਾਰ ਵੀ ਚੱਲਦੀ ਹੈ ਜਾਂ ਵਰਲਡ ਵਾਰ ਦੇ ਵਿੱਚ ਵੀ ਜ਼ਿਕਰ ਅਸੀਂ ਕਰਦੇ ਹਾਂ ਤਾਂ ਇਤਿਹਾਸ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਅਸੀਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਤਾਂ ਵਰਲਡ ਵਾਰ ਦੇ ਵਿੱਚ ਵੀ ਸਿੱਖਾਂ ਦਾ ਸਹਿਯੋਗ ਰਿਹਾ। ਉਸ ਤੋਂ ਬਾਅਦ ਆਜ਼ਾਦੀ ਦੀ ਜਿਹੜੀ ਲੜਾਈ ਹੋਈ ਜਾਂ 1857 ਦਾ ਵਿਦਰੋਹ ਵੀ ਸੀ, ਉਹਦੇ 'ਚ ਵੀ ਸਿੱਖਾਂ ਨੇ ਕੁਛ ਆਪਣਾ ਬਣਦਾ ਯੋਗਦਾਨ ਦਿੱਤਾ ਸੀ। ਕੀ ਇਸੇ ਵਜ੍ਹਾ ਕਰਕੇ ਜਿਹੜਾ ਸਰਕਾਰਾਂ ਨੇ ਉਹ ਡਰਦੀਆਂ ਨੇ ਜਿਹੜੀ ਸਿੱਖ ਕੌਮ ਆ ਉਸ ਤੋਂ, ਬਗਾਵਤੀ ਕੌਮ ਹੈ? ਨਹੀਂ, ਬਗਾਵਤੀ ਕੌਮ ਨਹੀਂ ਜੀ, ਅਸੀਂ ਜਜ਼ਬਾਤੀ ਹੁੰਦੇ ਹਾਂ। ਸਾਨੂੰ ਆਪਦੇ ਦੇਸ਼ ਨਾਲ ਪਿਆਰ ਆ, ਸਾਨੂੰ ਆਪਦੇ ਪਰਿਵਾਰਾਂ ਨਾਲ ਪਿਆਰ ਆ, ਸਾਨੂੰ ਆਪਦੀ ਕਮਿਊਨਿਟੀ ਨਾਲ, ਸਾਡੀ ਜਿਹੜੀ ਕੌਮ ਹੈ ਸਾਡੀ ਕੌਮ ਦੇ ਨਾਲ ਸਾਨੂੰ ਪਿਆਰ ਆ। ਇਸ ਗੱਲ ਕੀਤੀ ਜਾਂਦੀ ਹੈ ਜਦੋਂ ਜਿਸ ਤਰ੍ਹਾਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਇਤਿਹਾਸ ਦੇ ਵਿੱਚ ਸਿੱਖਾਂ ਦਾ ਯੋਗਦਾਨ ਰਿਹਾ, ਚਾਹੇ ਉਹ ਆਜ਼ਾਦੀ ਤੋਂ ਪਹਿਲਾਂ ਦਾ ਸੀ ਜਾਂ ਫਿਰ ਆਜ਼ਾਦੀ ਤੋਂ ਬਾਅਦ ਦਾ, ਉਹਦੇ ਵਿੱਚ ਵੀ ਸਿੱਖਾਂ ਦੀ ਇੱਕ ਅਹਿਮ ਭੂਮਿਕਾ ਰਹੀ ਹੈ। ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਜੇ ਗੱਲ ਕਰੀਏ ਜਾਂ ਫਿਰ 1857 ਦਾ ਵਿਦਰੋਹ ਦੇਖ ਲਈਏ ਜਾਂ ਫਿਰ ਵਰਲਡ ਵਾਰ ਦੇਖ ਲਈਏ, ਅੰਗਰੇਜ਼ਾਂ ਦੀ ਫੌਜ ਦੇ ਵਿੱਚ ਵੀ ਜਦੋਂ ਸਿੱਖ ਹੁੰਦੇ ਸੀ, ਤਾਂ ਕੀ ਗੱਲ ਹੈ ਕਿ ਜਿਹੜੀਆਂ ਤੁਸੀਂ ਕਹਿੰਦੇ ਅਜੋਕੀਆਂ ਸਰਕਾਰਾਂ 'ਤੇ ਤੁਹਾਨੂੰ ਵਿਸ਼ਵਾਸ ਨਹੀਂ ਹੈ ਕਿ ਇਨਸਾਫ ਦੇਣਗੀਆਂ ਜਾਂ ਜਿਹੜਾ ਸਿਸਟਮ ਹੈ ਉਹ ਸਿੱਖਾਂ ਨਾਲ ਜਿਹੜਾ ਇੱਕ ਨਫ਼ਰਤ ਰੱਖਦਾ ਹੈ, ਉਹ ਕੀ ਕਾਰਨ ਨੇ ਉਹਦੇ ਜੀ? ਸਿੱਖ ਇੱਕ ਮਾਰਸ਼ਲ ਕੌਮ ਆ ਜੀ। ਜੀ, ਕੋਈ ਵੀ ਤੁਸੀਂ ਵੇਖ ਲਓ, ਆਮ ਜਿੱਥੇ ਜੇ ਕੋਈ ਮਾਰਸ਼ਲ, ਅੱਜ ਕੱਲ੍ਹ ਤੁਸੀਂ ਆਹ ਸੁਣਦੇ ਹੋ ਜਿਵੇਂ ਮੁੰਡੇ ਗਰਮ ਮੁੰਡੇ ਬੋਲਦੇ ਆ, ਤਾਂ ਉਹਨਾਂ ਨੂੰ ਵੀ ਗੌਰਮੈਂਟ ਜਿਹੜੀ ਹੈਗੇ ਉਹ ਕੋਈ ਇਹਨਾਂ ਗਰਮੋਂ ਕਿਸੇ ਦਾ ਕਤਲ ਤਾਂ ਨਹੀਂ ਕਰਨ ਲੱਗੇ, ਸਿਰਫ ਉੱਥੇ ਉਹ ਜਜ਼ਬਾਤ ਉਹਨਾਂ ਦੇ ਬਾਹਰ ਆ ਜਾਂਦੇ ਨੇ। ਪਰ ਜਿਹੜੀ ਗੌਰਮੈਂਟ ਹੁੰਦੀ ਆ ਉਹਨਾਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੁੰਦੀ ਆ। ਇਹੋ ਕੰਮ ਹੀ ਸਿੱਖਾਂ ਦਾ। ਸਿੱਖਾਂ ਦੇ ਵਿੱਚ ਜਾਣੀ ਕਿ ਉਹ ਪ੍ਰੈਸ ਨਹੀਂ ਹੁੰਦੇ, ਉਹਨਾਂ ਨੂੰ ਜਿਉਂ-ਜਿਉਂ ਜਾਣੀ ਆਪਾਂ ਪ੍ਰੈਸ ਕਰਨ ਦੀ ਕਰਾਂਗੇ ਨਾ, ਕੋਸ਼ਿਸ਼ ਕਰਾਂਗੇ, ਉਹ ਉੱਪਰ ਨੂੰ ਉੱਠਦੇ ਆ, ਉਹ ਨਹੀਂ। ਇਹੋ ਹਾਲ ਆ ਸਾਡੀਆਂ ਇਹ ਚੰਗਿਆਈਆਂ ਤਾਂ ਵੇਖਦੇ ਨਹੀਂਗੇ। ਜੇ ਚੰਗਿਆਈਆਂ ਵੇਖਣ, ਜੇ ਅੱਜ ਦੇ ਹਾਲਾਤਾਂ 'ਚ ਤੁਸੀਂ ਵੇਖੋ, ਆਹ ਕਰੋਨਾ ਦਾ ਯੁੱਗ ਚੱਲ ਰਿਹਾ, ਜਿਵੇਂ ਮਹਾਂਮਾਰੀ ਚੱਲ ਰਹੀ ਹੈ, ਇਹਦੇ ਵਿੱਚ ਸਾਡੇ ਲੋਕੀ ਮਰ ਰਹੇ, ਸਾਹ ਵੇਖੋ, ਸਾਡੀ ਕੌਮ ਲੋਕਾਂ ਨੂੰ ਆਕਸੀਜਨ ਸਾਹ ਦੇਣ ਡਈ ਆ। ਸਾਹ ਦਾ ਲੰਗਰ ਵੀ ਲਾਤਾ। ਕਦੀ ਸੁਣਿਆ ਸੀ ਇਹ ਲੰਗਰ? ਚਲੋ ਰੋਟੀ ਪਾਣੀ ਦਾ ਲੰਗਰ ਤਾਂ ਆਪਾਂ ਮੰਨਦੇ ਹਾਂ, ਸਾਹ ਦਾ ਲੰਗਰ ਵੀ ਸਾਡੀ ਕੌਮ ਨੇ ਲਾਤਾ। ਪਰ ਇਹਨਾਂ ਦੇ ਮੂੰਹੋਂ ਕਦੀ ਸੁਣਿਆ ਜੀ, ਗੌਰਮੈਂਟ ਦੇ ਮੂੰਹੋਂ ਕਦੀ ਸੁਣਿਆ ਵੀ ਸਿੱਖ ਕੌਮ ਨੇ ਬਹੁਤ ਵਧੀਆ ਕੰਮ ਕੀਤਾ? ਕਦੀ ਵੀ ਕਿਸੇ ਵੀ ਗੌਰਮੈਂਟ ਦੇ, ਮੈਂ ਇਹ ਨਹੀਂ ਕਹਿੰਦਾ ਸੈਂਟਰ ਗੌਰਮੈਂਟ ਜਾਂ ਤੁਸੀਂ ਆਪਣੀਆਂ ਗੌਰਮੈਂਟਾਂ ਦੇ ਮੂੰਹੋਂ ਕਦੀ ਸੁਣਿਆ ਜੀ ਵੀ ਆਹ ਗੁਰਦੁਆਰਾ ਸਾਹਿਬ ਨੇ, ਆਹ ਜਿਹੜੀ ਸੰਸਥਾ ਸੀ ਸਿੰਘ ਸਭਾ ਜਾਂ ਕਿਸੇ ਸਿੰਘਾਂ ਨੇ ਆਹ ਸਾਹ ਦਾ ਲੰਗਰ ਲਾਇਆ, ਆਕਸੀਜਨ ਦਾ ਲੰਗਰ ਲਾਇਆ ਤੇ ਬਹੁਤ ਵਧੀਆ ਕੀਤਾ ਨਾ? ਇਹ ਜਾਣੀ ਇਹ ਵਡਿਆਈ ਜਿਹੜੀ ਹੈ ਸਿੱਖਾਂ ਨੂੰ, ਇਹ ਵਡਿਆਈ ਨਹੀਂ ਦੇਣੀ ਚਾਹੁੰਦੇ ਤੇ ਨਾ ਹੀ ਇਹ ਸਿੱਖਾਂ ਦੀ ਵਡਿਆਈ ਸੁਣ ਕੇ ਇਹਨਾਂ ਦੇ ਕੰਨ ਜਿਹੜੇ ਆ ਸਿੱਖਾਂ ਦੀ ਵਡਿਆਈ ਸੁਣਨੇ ਨਹੀਂ ਚਾਹੁੰਦੇ। ਇੱਕ ਵਾਰ ਫਿਰ 84 ਵੱਲ ਮੁੜਾਂਗੇ। ਸਿੱਖਾਂ ਦੇ ਕਿਰਦਾਰ ਦੀ ਗੱਲ ਤੁਸੀਂ ਦੱਸਿਆ ਕਿ ਆਪਾਂ ਗੱਲਬਾਤ ਪਹਿਲਾਂ ਕਰ ਰਹੇ ਸੀ ਕਿ ਇੱਕ ਦਰਬਾਰ ਦੇ ਵਿੱਚ ਤੁਸੀਂ ਮੌਜੂਦ ਸੀ ਤੇ ਇੰਦਰਾ ਗਾਂਧੀ ਵੀ ਉੱਥੇ ਆਏ ਹੋਏ ਸਨ ਤੇ ਸਿੱਖਾਂ ਨੂੰ ਕਿਸੇ ਜਿਹੜਾ ਵਿਤਕਰੇ ਨਾਲ ਪਿੱਛੇ ਬਿਠਾਇਆ ਗਿਆ ਸੀ, ਤਾਂ ਉਦੋਂ ਉਹ ਕਹਾਣੀ ਕੀ ਸੀ, ਉਹ ਕੀ ਸੀ? ਕੀ ਉਦੋਂ ਇੰਦਰਾ ਗਾਂਧੀ ਦੇ ਮਨ ਦੇ ਵਿੱਚ ਸਿੱਖਾਂ ਪ੍ਰਤੀ ਉਦੋਂ ਪਹਿਲਾਂ ਹੀ ਨਫ਼ਰਤ ਸੀਗੀ 84 ਤੋਂ ਪਹਿਲਾਂ? ਨਹੀਂ, ਇਸ ਚੀਜ਼ ਨੂੰ ਮੈਂ ਨਹੀਂ ਮੰਨਦਾ, ਕਿਉਂਕਿ ਮੈਂ ਛਾਂਗੂ ਦੀ ਗੱਲ ਕਰਦਾ, ਸਿੱਕਮ ਦੀ, ਨਥੂਲਾ ਬਾਰਡਰ ਦੀ। ਜਿਹੜੇ ਮੇਰੇ ਸਾਥੀ ਆ ਇੰਟਰਵਿਊ ਮੇਰੀ ਵੇਖਦੇ ਹੋਣਗੇ, ਉਹ ਇਸ ਚੀਜ਼ ਨੂੰ ਵੀ ਓਕੇ ਕਰਨਗੇ ਵੀ ਹਾਂ ਸਾਡੇ ਨਾਲ ਹੋਈ ਹੈ ਇਹ। ਛਾਂਗੂ ਦੇ ਵਿੱਚ ਇਹਨੇ ਦਰਬਾਰ ਰੱਖਿਆ ਸੀ ਜੀ, ਸਨ 82 ਜਾਂ 83 ਦੀ ਗੱਲ, 82 ਤਾਂ ਅਸੀਂ ਗਏ ਆ ਸਿੱਕਮ 'ਚ, ਇਹ ਸ਼ਾਇਦ 83 ਦੀ ਗੱਲ ਆ ਜੀ। ਉੱਥੇ ਦਰਬਾਰ ਰੱਖਿਆ ਸੀ ਇਹਨੇ ਤੇ ਉੱਥੇ SS ਬਰਾੜ ਹੁੰਦਾ ਸੀ ਜੀ, ਲੈਫਟੀਨੈਂਟ ਜਨਰਲ ਸਾਹਿਬ, ਸਾਡੇ ਜਿਹੜੇ ਡਿਵ ਕਮਾਂਡਰ GOC ਹੁੰਦੇ ਸਨ, ਉਹ ਬਰਾੜ ਸਾਹਿਬ ਹੁੰਦੇ ਸਨ। ਤੇ ਸਾਡੇ ਜਿਹੜੇ ਸੀ, ਸਾਡੀ ਯੂਨਿਟ ਸੀ ਨਾ, ਜਿਹੜੀ ਸਾਡੀ ਸਿੱਖਾਂ ਦੀ ਜਿਹੜੀ ਕੌਮ ਸੀ, ਇਹਨੂੰ ਸਭ ਤੋਂ ਪਿੱਛੇ ਬਿਠਾਤਾ ਜੀ, ਲਾਸਟ ਵਾਲੀਆਂ ਲਾਈਨਾਂ ਦੇ ਵਿੱਚ ਇਹਨੂੰ ਬਿਠਾ ਦਿੱਤਾ। ਤੇ ਜਦੋਂ ਇੰਦਰਾ ਗਾਂਧੀ ਸਟੇਜ ਤੇ ਆਈ, ਸਟੇਜ ਤੇ ਆਉਂਦਿਆਂ ਸਾਰੀ ਉਹਨੇ ਹੱਥ ਜਿਹਾ ਹਿਲਾਇਆ, ਹੱਥ ਲਾ ਕੇ ਜਦੋਂ ਵੇਖਿਆ ਵੀ ਪਿੱਛੇ ਸਰਦਾਰ ਜਿਹੜੇ ਪੱਗਾਂ ਪਿੱਛੇ ਦਿਸੀਆਂ ਬਿਲਕੁਲ ਹੀ, ਤੇ ਉਹਨੇ ਇੱਕਦਮ ਉਹਦੇ ਕੰਨ 'ਚ ਜਾਣੀ ਕੋਈ ਕਿਹਾ ਵੀ ਇਹਨਾਂ ਨੂੰ ਆਹ ਕੀ ਕੀਤਾ ਤੁਸੀਂ, ਵੀ ਇੱਕ ਮਾਰਸ਼ਲ ਕੌਮ ਆ ਜਿਹੜੀ ਉਹਨੂੰ ਪਿੱਛੇ ਬਿਠਾ ਛੱਡਿਆ। ਇੱਥੋਂ ਸਾਨੂੰ ਬਾਅਦ 'ਚ ਪਤਾ ਲੱਗਾ, ਉੱਥੇ ਬੋਲਿਆ ਤਾਂ ਨਹੀਂ ਉਹਨੇ, ਪਰ ਸਾਨੂੰ ਬਾਅਦ 'ਚ ਪਤਾ ਲੱਗਾ ਵੀ ਉਹਨੇ ਐਂ ਕਿਹਾ ਉੱਥੇ ਜਨਰਲ ਸਾਹਿਬ ਨੂੰ, ਤੇ ਉੱਥੋਂ ਸਾਨੂੰ ਉਠਾ ਕੇ ਅੱਗੇ ਲੈ ਕੇ ਆਂਦਾ ਜੀ। ਤੇ ਜੇ ਉਹਦੇ ਮਨ ਦੇ ਵਿੱਚ ਜਾਣੀ ਵੀ ਇਹੋ ਜਿਹੀ ਕੋਈ ਨਫ਼ਰਤ ਹੁੰਦੀ ਸਿੱਖਾਂ ਦੇ ਨਾਲ, ਤੇ ਉਹਨੂੰ ਕੀ ਲੋੜ ਸੀ ਸਾਨੂੰ ਮਾਰਸ਼ਲ ਕੌਮ ਕਹਿਣ ਦਾ? ਏਜੰਸੀਆਂ ਦੇ ਕਹਿਣ ਤੇ ਉਹਨਾਂ ਨੇ ਆਪਣੇ ਜਿਹੜੇ ਅੰਗ ਰੱਖੇ ਸੀਗੇ ਉਸ ਵਕਤ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਤਾਂ ਉਹਨਾਂ ਨੇ ਉਹ ਵੀ ਨਹੀਂ ਬਦਲੇ। ਉਹਨਾਂ ਨੂੰ ਏਜੰਸੀਆਂ ਦੇ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਖਤਰਾ ਹੋ ਸਕਦਾ। ਨਹੀਂ, ਉਹ ਵਿਸ਼ਵਾਸ ਕਰਦੀ ਸੀ ਜੀ ਸਿੱਖਾਂ ਤੇ। ਇਹਦੇ 'ਚ ਨਾ ਐਂ ਵੀ ਸਮਝਿਆ ਜਾਵੇ, ਮੈਂ ਕੋਈ ਉਹਨੂੰ ਸਰਟੀਫਿਕੇਟ ਨਹੀਂ ਮੈਂ ਦੇ ਰਿਹਾ ਵੀ ਇੰਦਰਾ ਗਾਂਧੀ ਸੱਚਾਈ ਹੈ ਇੱਕ, ਇਹ ਮੈਂ ਸੱਚਾਈ ਦੱਸ ਰਿਹਾ ਵੀ ਸਾਡੇ ਨਾਲ ਐਵੇਂ ਹੋਈ। ਮੈਂ ਕੋਈ ਉਹਨੂੰ ਸਰਟੀਫਿਕੇਟ ਨਹੀਂ ਦੇ ਰਿਹਾ ਇੰਦਰਾ ਗਾਂਧੀ ਨੂੰ ਵੀ ਉਹ ਕੋਈ ਬਹੁਤ ਚੰਗੀ ਔਰਤ ਸੀਗੀ, ਕਿਉਂਕਿ ਲੋਕੀ ਜਦੋਂ ਅਸੀਂ ਉਹਦੇ ਬਾਰੇ ਸੁਣਦੇ ਹਾਂ ਨਾ, ਨਾਂ ਸੁਣਦੇ ਹਾਂ, ਸਾਡੇ ਮਨ ਨੂੰ, ਸਾਡੇ ਤਨ ਨੂੰ ਗੁੱਸਾ ਆਉਂਦਾ
ਕਿਉਂਕਿ ਉਹਨੇ ਸਾਡਾ ਘਾਣ ਕੀਤਾ ਹੈ, ਜਿਹੜਾ ਕਿ ਅਜੇ ਤੱਕ ਹੋ ਰਿਹਾ ਹੈ। ਉਹਨੇ ਸਾਡਾ ਘਾਣ ਕੀਤਾ ਜਿਹੜਾ ਅਜੇ ਤੱਕ ਹੋ ਰਿਹਾ, ਉਹਨੂੰ ਮੈਂ ਸਰਟੀਫਿਕੇਟ ਨਹੀਂ ਰਿਹਾ, ਪਰ ਉਹਦੇ ਮੈਂ ਗੱਲਾਂ ਜਿਹੜੀਆਂ ਹੈਗੀਆਂ ਨਾ, ਇਹ ਗੱਲਾਂ ਉਹਦੇ 'ਚ ਸੀਗੀਆਂ, ਪਰ ਇਹਨਾਂ ਨੇ ਇਹ ਜਿਵੇਂ ਦੁਰਗਾ ਕਿਹਾ, ਇਹਨਾਂ ਨੇ ਕਈ ਕੁਛ ਕਿਹਾ ਉਹਨੂੰ, ਤੇ ਉਹ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਲਾਲ ਕ੍ਰਿਸ਼ਨ ਅਡਵਾਨੀ ਹਰਾਂ ਦਾ ਜਿਹੜਾ ਧੜਾ ਸੀ, ਹਾਂ ਜੀ, ਇਹਨਾਂ ਨੇ ਉਹਨੂੰ ਦੁਰਗਾ ਵੀ ਕਿਹਾ, ਇਹਨਾਂ ਉਹਨੂੰ ਸਨਮਾਨਿਤ ਵੀ ਕੀਤਾ, ਲੱਡੂ ਵੀ ਵੰਡੇ। ਇਹਨੇ ਇੱਕ ਕਿਤਾਬ ਵੀ ਦੱਸਦੇ ਲਿਖੀ ਹੈ ਅਡਵਾਨੀ ਨੇ, ਉਹਦੇ ਵਿੱਚ ਵੀ ਉਹਦੀ ਪ੍ਰਸ਼ੰਸਾ ਬੜੀ ਕੀਤੀ ਆ। ਸੋ ਇਹਨਾਂ ਨੇ ਹੀ ਚੁੱਕ ਚੁਕਾ ਕੇ, ਮੇਰਾ ਖਿਆਲ ਵੀ ਇਹ ਸਾਰਾ ਇਹ ਜੋ ਕੁਝ ਵੀ ਅਟੈਕ ਹੋਇਆ ਸਾਰਾ ਇਹਨਾਂ ਦੀ ਬਦੌਲਤ ਹੀ ਹੋਇਆ ਹੈ। ਮੈਂ ਨਹੀਂ ਸਮਝਦਾ ਵੀ ਉਹ ਯਾਰ ਜੇ ਉਹਨੇ ਜੇ ਇੰਨੀ ਉਹ ਸਾਡੇ ਨਫ਼ਰਤ ਉਹਨੂੰ ਭਰੀ ਹੁੰਦੀ, ਹਾਂ ਨਫ਼ਰਤ ਤਾਂ ਉਹਦੇ ਮਨ 'ਚ ਅਸਕਰ ਤਾਂ ਭਰੀ ਸੀ, ਤੇ ਫੇਰ ਹੀ ਉਹਨੇ ਆਹ ਘਾਣ ਕਰਵਾਇਆ ਸਾਡਾ। ਨਫ਼ਰਤ ਤਾਂ ਹੈਗੀ ਸੀ, ਇਹ ਤਾਂ ਨਹੀਂ ਮੈਂ ਕਹਿ ਸਕਦਾ ਵੀ ਉਹਦੇ ਮਨ 'ਚ ਨਫ਼ਰਤ ਨਹੀਂ ਸੀ। ਘੱਟ ਗਿਣਤੀਆਂ ਦੇ ਪ੍ਰਤੀ ਅੱਜ ਵੀ ਸਰਕਾਰਾਂ ਦੇ ਵਿੱਚ ਅਸੀਂ ਹੈਗੀ ਹੈ ਜੀ, ਅੱਜ ਵੀ ਸਰਕਾਰਾਂ ਪ੍ਰਤੀ ਜਿਹੜੀਆਂ ਸਰਕਾਰਾਂ ਨੇ ਉਹ ਘੱਟ ਗਿਣਤੀਆਂ, ਇੱਕ ਖਾਸ ਵੋਟ ਬੈਂਕ ਨੂੰ ਪੱਕਾ ਕਰਨ ਦੇ ਲਈ ਘੱਟ ਗਿਣਤੀਆਂ ਤੇ ਘਾਣ। ਪੱਕੀ ਗੱਲ ਆ। ਇੱਕ ਕਮਿਊਨਿਟੀ ਨੂੰ, ਇੱਕ ਬੋਰਡ ਨੂੰ ਪੱਕਾ ਕਰਨ ਵਾਸਤੇ ਅੱਜ ਕੱਲ੍ਹ ਵੇਖ ਲਓ ਕੀ ਹੋਣ ਡਿਆ, ਬੰਗਾਲ 'ਚ ਕੀ ਹੋ ਕੇ ਹਟਿਆ, ਤੁਸੀਂ ਦੇਖ ਹੀ ਲਿਆ ਵੀ ਕਿੰਨਾ ਜ਼ੋਰ ਲਾ ਲਿਆ, ਕੀ ਕੁਛ ਕਰ ਲਿਆ, ਪਤਾ ਨਹੀਂ ਕੀ ਜਿਹੜਾ ਨਹੀਂ ਸੀ ਵੀ ਕਰਨਾ ਉਹ ਵੀ ਕਰੀ। ਸਿੱਖਾਂ ਦੀ ਤਰਾਸਦੀ ਰਹੀ ਹੈ ਜੀ, ਚਾਹੇ ਸਿੱਖਾਂ ਦੇ ਉੱਪਰ ਤਸ਼ੱਦਦ ਹੋਇਆ ਉਸ ਵਕਤ ਦੀ ਕਾਂਗਰਸ ਸਰਕਾਰ, ਪਰ 84 ਤੋਂ ਬਾਅਦ ਬਹੁਤ ਵਾਰ ਜਿਹੜੀ ਕਾਂਗਰਸ ਦੀ ਸਰਕਾਰ ਹੈ ਉਹ ਬਣ ਜਾਂਦੀ ਹੈ ਪੰਜਾਬ ਦੇ ਵਿੱਚ, ਇਸੇ ਪੰਜਾਬ ਦੇ ਵਿੱਚ। ਤੇ ਜਿਹੜੇ ਕੁਝ ਦਿਨ ਹੁਣ ਚੱਲ ਰਹੇ ਨੇ, ਪਹਿਲਾ ਹਫ਼ਤਾ, ਕੀ ਸਿਰਫ ਇਹਨਾਂ ਦਿਨਾਂ ਤੱਕ ਸਿੱਖਾਂ ਦਾ ਰੋਸ ਹੈ ਜਿਹੜਾ ਸੀਮਤ ਹੈ ਕਿ 1 ਜੂਨ ਤੋਂ 6 ਜੂਨ ਤੱਕ, 6 ਜੂਨ ਤੋਂ ਬਾਅਦ ਫਿਰ 7 ਜੂਨ ਨੂੰ ਖਤਮ ਹੋ ਜਾਂਦਾ ਸਾਰਾ ਜਿਹੜਾ ਗੁੱਸਾ ਸਿਸਟਮ ਦੇ ਪ੍ਰਤੀ, ਜਾਂ ਜੋ ਕੁਝ ਵੀ ਹੋਇਆ ਵਾਪਰਿਆ ਉਹਨੂੰ ਭੁੱਲ ਜਾਂਦੇ ਨੇ? ਕਹਿੰਦੇ ਯਾਦਦਾਸ਼ਤ ਬਹੁਤ ਕਮਜ਼ੋਰ ਹੈ। ਇਹ ਵਾਕਈ ਜਿਹੜੀ ਯਾਦਦਾਸ਼ਤ ਕਮਜ਼ੋਰ ਹੈ ਜੀ? ਜਿਹੜੀ ਤੁਸੀਂ ਸਰਕਾਰ ਦੀ ਗੱਲ ਕੀਤੀ ਹੈ ਵੀ ਉਹਨਾਂ ਦੀ ਵੇਖੋ ਫੇਰ ਸਰਕਾਰ ਆ ਗਈ, ਉਹਦੇ ਹੀ ਤਾਂ ਅਸੀਂ ਕਹਿੰਦੇ ਆ ਵੀ ਸਾਡੇ ਜਿਹੜੇ ਆਪਣੇ ਸੀ ਉਹ ਮਾੜੇ ਸੀ, ਸਾਡੇ ਆਪਣੇ ਮਾੜੇ ਹੋ ਗਏ। ਜੇ ਸਾਡੇ ਆਪਣੇ ਜਿਹੜੇ ਸੀਗੇ ਉਹ ਸਾਨੂੰ ਪਿਆਰ ਸਤਿਕਾਰ ਦਿੰਦੇ ਰਹਿੰਦੇ, ਸਾਡੇ ਆ ਬਰਗਾੜੀ ਵਾਲਾ ਕਾਂਡ ਨਾ ਹੁੰਦਾ, ਜਾਂ ਜੇ ਹੋ ਵੀ ਗਿਆ ਸੀ ਤੇ ਇਹਨਾਂ ਦੀ ਸਰਕਾਰ ਕਾਫੀ ਦੇਰ ਰਹੀ ਉਸ ਤੋਂ ਬਾਅਦ ਦੇ ਵਿੱਚ, ਉਹਦੇ 'ਚ ਉਹ ਆਪਦੀ ਸਰਕਾਰ ਦੇ ਵਿੱਚ ਹੀ ਉਹਦਾ ਫੈਸਲਾ ਲੈ ਲੈਂਦੇ, ਜੋ ਵੀ ਐਕਸ਼ਨ ਲੈਣਾ ਹੀ ਲੈ ਲੈਂਦੇ, ਤਾਂ ਉਹਨਾਂ ਦੇ ਆਪਣੇ ਸਾਡੇ ਮਨ ਦੇ ਵਿੱਚ ਦੂਰੀਆਂ ਨਾ ਹੁੰਦੀਆਂ, ਤੇ ਸਾਡੇ ਜਦੋਂ ਮਨ ਦੇ ਵਿੱਚ ਦੂਰੀਆਂ ਹੁੰਦੀਆਂ ਤੇ ਫਿਰ ਉਹ ਸਰਕਾਰ ਤਾਂ ਬਣਨੀ ਸੀ। ਬਾਕੀ ਰਹੀ ਗੱਲ ਜਿਹੜੀ ਆ ਸੋਸ਼ਲ ਮੀਡੀਆ, ਤੁਸੀਂ ਕਹਿੰਦੇ ਜੀ ਵੀ ਅੱਜ 5-7 ਦਿਨ 10 ਦਿਨ ਹੀ ਇਹ ਕੰਮ ਚੱਲਣਾ, ਉਸ ਤੋਂ ਬਾਅਦ ਦੇ ਵਿੱਚ ਸਭ ਲੋਕਾਂ ਨੇ ਭੁੱਲ ਜਾਣਾ ਵੀ ਕੋਈ 84 ਵੀ ਹੋਈ ਸੀ, ਕੋਈ 6 ਜੂਨ ਵੀ ਆਈ ਸੀ। ਵਾਕਈ ਇਹ ਗੱਲ ਤੁਹਾਡੀ ਸੱਚੀ ਆ। ਇਹ ਆ ਸੋਸ਼ਲ ਮੀਡੀਆ ਤੇ ਜਿਹੜੇ ਨੌਜਵਾਨ ਪੀੜ੍ਹੀ ਆ, ਇਹਨਾਂ ਨੇ ਆ 6 ਜੂਨ ਤੱਕ ਹੀ, ਮੇਰਾ ਹਾਲ 7 ਜੂਨ ਨੂੰ ਸਭ ਕੁਝ ਭੁੱਲ ਜਾਣਗੇ ਵੀ ਇੰਨਾ ਘੱਲੂ ਘਾਰਾ ਤਕੜਾ ਹੋਇਆ, ਇੰਨੀ ਸਾਡੀ ਸਿੱਖ ਕੌਮ ਦਾ ਜਾਣੀ ਨਾਸ ਕੀਤਾ ਗਿਆ, ਦਿੱਲੀ ਦੇ ਵਿੱਚ ਕੀ ਕੁਝ ਹੋਇਆ, ਕਈ ਹੋਰ ਸ਼ਹਿਰਾਂ ਦੇ ਵਿੱਚ, ਕਾਨਪੁਰ ਵਰਗੇ ਸ਼ਹਿਰਾਂ ਦੇ ਵਿੱਚ ਕਈ ਕੁਝ ਹੋਇਆ, ਇਹ ਸਭ ਕੁਝ ਭੁੱਲ ਜਾਣਗੇ ਸਿਰਫ ਆ ਸੋਸ਼ਲ ਮੀਡੀਆ ਦੇ ਮਗਰ। ਸੋਸ਼ਲ ਮੀਡੀਆ ਨੂੰ ਇਹਨਾਂ ਸਾਡਾ ਧਿਆਨ ਜਿਹੜਾ ਹੈਗਾ ਸਾਡੀ ਆਪਦੀ ਕੌਮ ਵੱਲੋਂ, ਸਾਡੀ ਆਪਦੀ ਵਿਰਾਸਤ ਵੱਲੋਂ ਹਟਾ ਕੇ ਤੇ ਦੂਜੇ ਗਲਤ ਫਲਤ ਕੰਮਾਂ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਨੂੰ ਲਾਤਾ ਇਹਨਾਂ ਨੇ। ਵੈਸੇ ਤਾਂ ਅੱਜ ਕੱਲ੍ਹ ਪੋਸਟਾਂ ਬਹੁਤ ਸ਼ੇਅਰ ਹੁੰਦੀਆਂ ਨੇ, ਜਿਹੜੇ 6-7 ਦਿਨ ਜੂਨ, ਪਿਛਲੀ ਜੂਨ ਦੀ ਵੀ ਗੱਲ ਕਰੀਏ ਜਾਂ ਹੁਣ ਵੀ ਦੇਖ ਰਹੇ ਹਾਂ, ਤਾਂ 3-4 ਦਿਨਾਂ ਤੋਂ ਯੂਥ ਹੈ ਜਿਹੜਾ ਪੰਜਾਬ ਦਾ, ਉਹ ਸੀਰੀਅਸ ਦਿਖਾਈ ਦੇ ਰਿਹਾ ਇਸ ਮਸਲੇ ਨੂੰ ਲੈ ਕੇ, ਜਾਂ ਸਿੱਖਾਂ ਦੇ ਹੋਰ ਵੀ ਜਿਹੜੇ ਇਸ਼ੂ ਨੇ ਉਹਨੂੰ ਲੈ ਕੇ ਉਹ ਸੀਰੀਅਸ ਦਿਖਾਈ ਦੇ ਰਿਹਾ। ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਵੀ ਉਹਨਾਂ ਕੋਲੇ ਪਲੇਟਫਾਰਮ ਹੈ ਉਹਦੇ ਉੱਪਰ ਇੱਕ ਆ ਜਿਹੜੀ ਸੁਹਿਰਦਤਾ ਦਿਖਾਈ ਜਾ ਰਹੀ ਹੈ ਕਿ ਇਹ ਜਿਹੜਾ ਕੁਛ ਦਿਨਾਂ ਦੇ ਲਈ ਹੈ, ਜਿਸ ਤਰ੍ਹਾਂ ਪਹਿਲਾਂ ਆਪਾਂ ਜ਼ਿਕਰ ਕੀਤੇ ਆ, ਉਸ ਤੋਂ ਬਾਅਦ ਮੇਰੇ ਹਿਸਾਬ ਨਾਲ ਬਹੁਤ ਸਾਰਾ ਯੂਥ ਹੈ ਜਿਹੜਾ, ਜਾਂ ਨੌਜਵਾਨ ਨੇ, ਉਹ ਚੀਜ਼ ਨੂੰ ਭੁੱਲ ਜਾਂਦੇ ਨੇ। ਨਹੀਂ ਜੀ, ਇੱਕ ਮੈਂ ਇਹਦੇ 'ਚ ਨਾ ਮੈਂ ਥੋੜ੍ਹੀ ਜਿਹੀ ਤੁਹਾਨੂੰ ਬਦਲਾਅ ਕਰਦਾ। ਜਿਵੇਂ ਜਦੋਂ ਦਾ ਆਹ ਸਾਡਾ ਕਿਸਾਨੀ ਸੰਘਰਸ਼ ਚੱਲਿਆ ਨਾ, ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਈ ਕਿਹਾ, ਪੋਸਤੀ ਕਿਹਾ, ਕਈ ਕੁਛ ਕਿਹਾ ਵੀ ਇਹਨਾਂ ਨੇ ਵੀ ਨਸ਼ਾ ਹੀ ਨਸ਼ਾ ਹੈ ਪੰਜਾਬ ਦੇ ਵਿੱਚ, ਹੋਰ ਕੁਛ ਨਹੀਂ। ਪਰ ਸਾਡੇ ਯੂਥ ਨੂੰ, ਮੈਂ ਉੱਥੇ ਯੂਥ ਦੀ ਮੈਂ ਪ੍ਰਸ਼ੰਸਾ ਕਰੂੰਗਾ, ਮੈਂ ਕਿਉਂਕਿ ਮੈਂ ਜਾਂਦਾ ਹੀ ਰਹਿਣਾ, ਮੈਂ ਦਿੱਲੀ ਦੇ ਵਿੱਚ ਸਾਡੇ ਚੱਕਰ ਲੱਗਦੇ ਹੀ ਰਹਿੰਦੇ ਆ। ਸਾਡਾ ਪ੍ਰਧਾਨ ਹੈ ਅਵਤਾਰ ਸਿੰਘ ਫੱਕਰ ਸਰ, ਅਸੀਂ ਸਾਰੇ ਜਾਣੇ ਕਾਫੀ ਅਸੀਂ ਇਹ ਗਿੱਦੜਵਾ ਏਰੀਏ ਦੇ ਵਿੱਚੋਂ ਜਾਂਦੇ, ਮੁਕਤਸਰ ਸਾਹਿਬ ਦੇ ਸਾਡੇ ਫੌਜੀ ਕਾਫੀ ਜਾਂਦੇ ਨੇ, ਤੇ ਉੱਥੇ ਮੈਂ ਪ੍ਰਸ਼ੰਸਾ ਕਰੂੰਗਾ ਯੂਥ ਦੀ ਵੀ ਯੂਥ ਨੇ ਆਹ ਜਿਹੜੀ ਚੱਲੀ ਆ ਨਾ ਆਪਣੀ ਮੂਵਮੈਂਟ ਚੱਲੀ ਹੈ ਜਿਹੜੀ ਕਿਸਾਨੀ ਮੂਵਮੈਂਟ, ਇਹਦੇ ਵਿੱਚ ਮੈਂ ਜਿਹੜੀ ਆਹ ਸਾਡੀ ਯੰਗ ਜਨਰੇਸ਼ਨ ਆ, ਇਹਦਾ ਬਹੁਤ ਵੱਡਾ ਰੋਲ ਹੈ ਜੀ, ਇਹਦਾ ਬਹੁਤ ਵੱਡਾ ਰੋਲ ਆ। ਅਸੀਂ ਤਾਂ ਕਹਿੰਦੇ ਆ ਵੀ ਪ੍ਰਮਾਤਮਾ ਕਰੇ ਸਾਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਨੂੰ ਆ ਸਮੱਤ ਬਖਸ਼ੀ ਆ ਨਾ, ਹੁਣ ਇਹੋ ਹੀ ਰੱਖੇ, ਇਸ ਤਰ੍ਹਾਂ ਦੀ ਹੀ ਸਮੱਤ ਰੱਖੇ, ਕਿਉਂਕਿ ਇਹਨਾਂ ਦੀ ਸੋਚ ਜਿਹੜੀ ਆ ਨਾ, ਸੋਚ ਬਦਲੀ। ਮੈਂ ਕੱਲ੍ਹ ਹੀ ਇੱਕ ਇੱਥੇ ਕਮਾਲੂ ਜਿਹੜਾ MLA ਕਾਂਗਰਸ ਪਾਰਟੀ 'ਚ ਗਿਆ, ਕੱਲ੍ਹ ਮੈਂ ਇੱਕ ਬੱਚੇ ਦੀ ਉਹਦੇ ਨਾਲ ਫਾਈਟ ਵੇਖਣ ਡਿਆ ਸੀ ਕਿ ਤੂੰ ਸਾਡੀਆਂ ਵੋਟਾਂ ਲੈ ਕੇ ਤੂੰ ਗਦਾਰੀ ਕੀਤੀ, ਤੂੰ ਐਂ ਕੀਤਾ, ਇੰਨੀਆਂ ਵੋਟਾਂ ਅਸੀਂ ਤੈਨੂੰ ਪਾਈਆਂ, ਇੰਨੀਆਂ ਵੋਟਾਂ ਅਸੀਂ ਵਧਾਈਆਂ, ਸਾਰੇ ਇਲਾਕੇ 'ਚੋਂ ਸਭ ਤੋਂ ਜ਼ਿਆਦਾ ਵੋਟ ਸਾਨੂੰ ਪਈ। ਮੈਂ ਨਾ ਜਾਗਰਤੀ ਆ ਗਈ, ਆਹ ਕਿਸਾਨ ਜਿਹੜੀ ਚੱਲਿਆ ਸਾਡਾ ਸੰਘਰਸ਼, ਇਹਨੇ ਨੌਜਵਾਨ ਮੁੰਡਿਆਂ ਦੀ ਜਿਹੜੀ ਆ ਸੋਚ ਬਦਲ ਦਿੱਤੀ ਹੈ। ਸੋਚ ਬਦਲੀ ਹੈ, ਤੇ ਲੱਗਦਾ ਹੁਣ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ
ਪਹਿਲਾਂ ਖੁਦ ਮੁਖਤਿਆਰੀ ਦੀਆਂ ਗੱਲਾਂ ਕਰਿਆ ਕਰਦੇ ਸੀ, ਇਸੇ ਸਰਕਾਰ ਦੇ ਵਿਰੋਧ 'ਚ ਬੋਲਿਆ ਕਰਦੇ ਸੀ। ਹੁਣ ਦੇਖਿਆ ਕਿ ਇੱਧਰਲੇ ਕੰਨੀ 'ਚ ਭਾਰ ਜ਼ਿਆਦੇ ਆ ਕਿ ਹੁਣ ਕੈਪਟਨ ਸਾਹਿਬ ਸਿਰਦ ਲੀਡਰ ਨੇ, ਉਹਨਾਂ ਦੀ ਬਿਆਨਬਾਜ਼ੀ ਸੀ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ। ਇਸ ਘੱਲੂਘਾਰੇ ਦੇ ਦਿਨਾਂ ਦੇ ਵਿੱਚ ਉਹ ਛੱਡ ਕੇ ਗਏ ਨੇ, ਪੰਜਾਬ ਹਤੈਸ਼ੀ ਕਹਾਉਂਦੇ ਸੀ ਖੁਦ ਆਪਣੇ ਆਪ ਨੂੰ, ਤੇ ਖੁਦ ਮੁਖਤਿਆਰੀ ਦੀਆਂ ਜਿਹੜੀਆਂ ਗੱਲਾਂ ਸੀ, ਲੱਗਦਾ ਕਿ ਉਹ ਹੁਣ ਜਿਹੜੀ ਉਹਨਾਂ ਦੀ ਸਿਆਸੀ ਜ਼ਮੀਨ ਹੈ ਕੋਈ ਬਚੂਗੀ ਪੰਜਾਬ ਦੇ ਵਿੱਚ, ਜਾਂ ਫਿਰ ਲੋਕ ਜਿਹੜਾ ਉਹਨਾਂ ਨੂੰ ਮੌਕਾ ਨਹੀਂ ਦੇਣਗੇ ਦੁਬਾਰਾ? ਮੈਂ ਆਪ ਜਾਣੀ ਆਪ ਦੇ ਮੂੰਹੋਂ ਮੈਂ ਖੁਦ ਖਹਿਰਾ ਸਾਹਿਬ ਦੀ ਪ੍ਰਸ਼ੰਸਾ ਕਰਦਾ ਹੁੰਦਾ ਹਾਂ ਵੀ ਖਹਿਰਾ, ਬੈਸ, ਗਾਂਧੀ, ਸਿੱਧੂ, ਪ੍ਰਗਟ ਸਿੰਘ ਇਹ ਜਾਣੀ ਬੜੇ ਵਧੀਆ ਲੀਡਰ ਨੇ। ਅਸੀਂ ਆਪ ਦੇ ਮੂੰਹੋਂ ਮੈਂ ਪ੍ਰਸ਼ੰਸਾ ਕਰਦਾ ਰਿਹਾ, ਪਰ ਖਹਿਰਾ ਸਾਹਿਬ ਨੇ ਬਹੁਤ ਮਾੜੀ ਕੀਤੀ, ਖਾਸ ਕਰਕੇ ਇਹਨਾਂ ਦਿਨਾਂ 'ਚ। ਆਹ ਜਿਹੜੇ 6 ਦਿਨ ਨਾ ਜਾਂਦਾ, 3 ਤਰੀਕ ਤੋਂ ਲੈ ਕੇ ਤੇ ਆਹ 7-8 ਤਰੀਕ ਤੱਕ ਬਿਲਕੁਲ ਭਾਵੇਂ ਘਰੇ ਬਹਿ ਜਾਂਦਾ, ਇਸ ਵੀ ਪਾਰਟੀ 'ਚ ਨਾ ਜਾਂਦਾ, ਕਿਉਂਕਿ ਇਹ ਪਾਰਟੀ ਆਪਾਂ ਮੰਨਦੇ ਹਾਂ ਵੀ ਕਾਂਗਰਸ ਪਾਰਟੀ ਸਾਡੀ ਦੁਸ਼ਮਣ ਆ। ਇਹਨੇ ਹੀ ਸਭ ਕੁਝ ਕੀਤਾ, ਇਹਨੇ ਸਭ ਕੁਝ ਕਰਾਇਆ ਸੀ। ਇਹਨੇ ਖਹਿਰਾ ਸਾਹਿਬ ਨੇ ਬਹੁਤ ਮਾੜੀ ਗੱਲ ਕੀਤੀ, ਬਹੁਤ ਹੀ ਅਤ ਮਾੜਾ ਕੀਤਾ ਇਹਨੇ। ਇਹਨੂੰ ਮੇਰਾ ਖਿਆਲ ਆ ਵੀ ਜੇ ਕੋਈ ਚੰਗੀ ਸੋਚ ਵਾਲਾ ਸਿੱਖ ਤਾਂ ਇਹਨੂੰ ਵੋਟ ਨਹੀਂ ਪਾ ਸਕਦਾ। ਕੋਈ ਉਹੋ ਜਿਹਾ ਘਰੋਂ ਗਰਕਿਆ ਹੋਇਆ ਬੰਦਾ ਵੋਟਾਂ ਜ਼ਰੂਰ ਪਾਊ ਇਹਨਾਂ ਨੂੰ, ਬਾਕੀ ਚੰਗੀ ਸੋਚ ਵਾਲਾ ਬੰਦਾ ਇਹਨੂੰ ਵੋਟ ਨਹੀਂ ਪਾਊਗਾ। ਮੰਨਦੇ ਹੋ ਕਿ ਆਖਰ ਦੇ ਵਿੱਚ ਜਿਹੜੀ ਲੀਡਰਸ਼ਿਪ ਦੀ ਘਾਟ ਹੈ ਉਹ ਕ੍ਰਾਈਸਿਸ ਰਹੇਗਾ ਪੰਜਾਬ ਤੇ? ਪੰਜਾਬ ਦੇ ਜਿਹੜੇ ਫੈਸਲੇ ਆ ਜਾਂ ਪੰਜਾਬ ਦੀ ਜਿਹੜਾ ਭਵਿੱਖ ਹੈ ਉਹ ਜਿਹੜਾ ਦਿਖ ਰਿਹਾ ਰੋਸ਼ਨੀ ਦੇ ਵਿੱਚ ਦਿਖ ਰਿਹਾ, ਜਾਂ ਫਿਰ ਹਜੇ ਹਨੇਰਿਆਂ ਦੇ ਵਿੱਚ? ਇੱਕ ਨਾ ਜਾਣੀ ਮਨ ਦੇ ਵਿੱਚ ਉੱਠੀ ਸੀਗੀ ਜਦੋਂ ਇਹ ਪਾਸੇ ਹੁੰਦਾ ਸੀ, ਜਾਣੀ ਵੀ ਐਂ ਸੀ ਵੀ ਇਹ 5-6 ਜਣੇ ਰਲ ਕੇ ਕੋਈ ਨਵੀਂ ਪਾਰਟੀ ਬਣਾ ਕੇ ਸਾਨੂੰ ਸੇਧ ਦੇਣਗੇ, ਕਿਉਂਕਿ ਹੈ ਵੀ ਸੀ ਇਹਨਾਂ ਦੇ ਵਿੱਚ ਉਹ ਕੁਆਲਿਟੀ ਹੈਗੀ ਸੀ ਲੀਡਰਾਂ ਵਾਲੀ, ਚੰਗੇ ਲੀਡਰਾਂ ਵਾਲੀ ਕੁਆਲਿਟੀ ਇਹਨਾਂ 5-6 ਬੰਦਿਆਂ 'ਚ ਹੈਗੀ ਸੀਗੀ। ਸਾਨੂੰ ਇਹ ਉਮੀਦ ਜਾਗ ਗਈ ਸੀ ਵੀ ਸ਼ਾਇਦ ਫਿਰ ਉਹ ਸੁੱਚਾ ਸਿੰਘ ਛੋਟੇਪੁਰ ਵਰਗੇ ਤੇ ਉਹ ਸਾਰੇ ਦੇ ਸਾਰੇ ਇਕੱਠੇ ਹੋ ਕੇ, ਬੈਂਸ ਮੂਸ ਭਰਾ ਸਾਰੇ ਇਕੱਠੇ ਹੋ ਕੇ ਤੇ ਕੋਈ ਨਾ ਕੋਈ ਗਰੁੱਪ ਬਣਾਉਣਗੇ ਤੇ ਸਰਕਾਰ ਲੈ ਕੇ ਆਉਣਗੇ ਤੇ ਸਾਡਾ ਕੋਈ ਪਾਰ ਉਤਾਰਾ ਹੋ ਜਾਊਗਾ। ਪਰ ਜਦੋਂ ਅਸੀਂ ਆਹ ਖਹਿਰੇ ਬਾਰੇ ਸੁਣਦੇ ਹਾਂ ਤੇ ਸਾਨੂੰ ਦੂਜਿਆਂ ਤੋਂ ਵੀ ਯਕੀਨ ਉੱਡ ਗਿਆ ਵੀ ਉਹਨਾਂ ਨੇ ਵੀ ਪਤਾ ਨਹੀਂ ਕਿਹੜੇ ਪਲੇ ਉੱਡਣ ਸ਼ੂ ਹੋ ਜਾਣਾ। ਹੋ ਸਕਦਾ ਹੈ ਕੱਲ੍ਹ ਨੂੰ ਉਹ ਵੀ ਕਿਸੇ ਨਾ ਕਿਸੇ ਪਾਸੇ ਮਨੂੰ ਕੇ ਤੇ ਫਿਰ ਕਾਂਗਰਸ ਲੈ ਆਵੇ ਉਹਨਾਂ ਨੂੰ। ਉਸੇ ਕਾਂਗਰਸ 'ਚ ਜਿਹਦੀਆਂ ਗਾਲਾਂ ਕੱਢਦਾ ਰਿਹਾ ਥੋੜ੍ਹੇ ਦਿਨ ਪਹਿਲਾਂ ਖਹਿਰੇ ਦੀਆਂ, ਮੈਂ ਪੋਸਟਾਂ ਵੇਖਦਾ ਹੀ ਰਹਿਣਾ ਇਹਦੇ 'ਤੇ ਆਪਣੀ ਮੋਬਾਈਲ 'ਤੇ ਬੜਾ ਕੁਛ ਉਹਨੇ ਬੜਾ ਇੱਕ ਦਿਨ ਗਰਮ ਹੋਣ ਡਿਆ। ਇੱਕ ਪਾਸੇ ਉਹਦੇ ਖੜੇ ਸੀ ਉਹ ਬੈਸ ਸਾਹਿਬ ਖਲੋਤਾ ਸੀ ਨਾਲ। ਕੀ ਸਰਕਾਰ ਵੀ ਅੱਜ 84 ਨੂੰ ਯਾਦ ਕਰਕੇ, ਚਾਹੇ ਕਾਂਗਰਸ ਨੂੰ ਸਾਰੇ ਕਹਿ ਰਹੇ ਹੁਣ, ਕੋਸ ਰਹੇ ਹੁਣ, ਕੀ 22 'ਚ ਕਹਿ ਰਹੇ ਜਿਸ ਤਰ੍ਹਾਂ ਕਾਂਗਰਸ ਕਹਿ ਰਹੀ ਹੈ ਸਰਕਾਰ ਬਣਾਵਾਂਗੇ, ਹੁਣ ਲੱਗਦਾ ਕਿ ਕਾਂਗਰਸ ਜਿੰਨੇ ਵਾਅਦੇ ਕਰਕੇ ਆਈ ਸੀ ਉਹ ਦੁਬਾਰਾ ਫਿਰ ਸੱਤਾ ਦੇ ਵਿੱਚ ਆ ਜਾਏਗੀ? ਵਾਅਦੇ ਬੂਦੇ ਤਾਂ ਇਹਨਾਂ ਨੇ ਕਾਹਦੇ ਪੂਰੇ ਕਰਨੇ ਜੀ। ਮੈਂ ਤਾਂ ਇਹਦੇ 'ਚ ਨਾ ਹੋਰ ਗੱਲ ਕਹਿਣਾ ਵੀ ਇਹਨਾਂ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਵੀ, ਨਾ ਕਾਂਗਰਸ ਨੂੰ, ਨਾ ਅਕਾਲੀਆਂ ਨੂੰ, ਨਾ ਇਹਨਾਂ ਨੂੰ। ਕੋਈ ਆਹ ਜਿਹੜੇ ਸਾਡੇ ਕਿਸਾਨ ਭਰਾ ਬੈਠੇ ਨੇ, ਕੋਈ ਇਹਨਾਂ ਦੀ ਮੂਵਮੈਂਟ ਦੇ ਵਿੱਚੋਂ ਉੱਠੇ ਕਿਸਾਨ, ਕੋਈ ਉੱਠਣਾ ਤੇ ਉਹ ਆਉਣ ਜੀ, ਕਿਉਂਕਿ ਵੋਟਾਂ ਤਾਂ ਆਪਣੀਆਂ ਇਕੱਠੀਆਂ ਹੀ ਆਉਣੀਆਂ, ਯੂਪੀ ਦੀਆਂ, ਆਪਣੀਆਂ ਪੰਜਾਬ ਦੀਆਂ, ਇਹ ਸਾਰੇ ਸਟੇਟਾਂ ਦੀਆਂ 5-6 ਸਟੇਟਾਂ ਦੀਆਂ ਇਕੱਠੀਆਂ ਆਉਣੀਆਂ। ਕੋਈ ਇਹਨਾਂ ਦੀ ਕਿਸਾਨ ਮੂਵਮੈਂਟ ਦੇ ਵਿੱਚੋਂ ਕੋਈ ਲੀਡਰਸ਼ਿਪ ਉੱਠੇ ਨਾ, ਤੇ ਉਮੀਦ ਉਹਦੇ ਤੋਂ ਸਾਨੂੰ ਹੈਗੀ ਆ, ਤੇ ਬਾਕੀ ਇਹਨਾਂ ਤੋਂ ਤਾਂ ਕੋਈ ਉਮੀਦ ਨਹੀਂ ਜੀ। ਬਿਲਕੁਲ। ਤਾਂ 84 ਤੋਂ ਲੈ ਕੇ ਹੁਣ ਤੱਕ ਦੀ ਪੰਜਾਬ ਦੀ ਜਿਹੜੀ ਸਿਆਸੀ ਜਮਾਤ ਹੈ ਉਹਦੇ ਬਾਰੇ ਗੱਲਬਾਤ ਕੀਤੀ ਹੈ ਅਸੀਂ, ਤੇ ਸਾਬਕਾ ਸੈਨਿਕ ਰਹੇ ਨੇ, ਕਿਸ ਤਰ੍ਹਾਂ ਜਿਹੜੇ 6000 ਤੋਂ ਵੱਧ ਸੈਨਿਕਾਂ ਨੇ ਜਿਹੜਾ ਵਿਦਰੋਹ ਕਰ ਦਿੱਤਾ ਸੀਗਾ, ਆਪਣੀਆਂ ਬੈਰਕਾਂ ਛੱਡ ਦਿੱਤੀਆਂ ਸੀ, ਤੇ ਇਹਨਾਂ ਦੀ ਜਿਹੜੀ ਯੂਨਿਟ ਸੀ 70000 ਗ੍ਰਨੇਟਾਂ ਦੇ ਨਾਲ ਹੈ ਜਿਹੜੀ ਪੰਜਾਬ ਵੱਲ ਵਧੀ ਸੀ। ਪਰ ਜਿਹੜੀ ਉਸ ਵਕਤ ਤਰਾਸਦੀ ਇਹ ਰਹੀ ਕਿ ਇਹਨਾਂ ਨੂੰ ਰਸਤਿਆਂ ਦਾ ਨਹੀਂ ਜਿਹੜਾ ਪਤਾ ਸੀਗਾ, ਜਾਂ ਅੱਧ ਵਿਚਾਲੇ ਜਿਹੜਾ ਫੌਜ ਦੇ ਵੱਲੋਂ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਰੋਕ ਲਿਆ ਗਿਆ ਇਹਨਾਂ ਦੇ ਕਾਫਲੇ ਨੂੰ, ਤੇ ਇਹ ਜਿਹੜੀ ਆਪਣੀ ਇਹਨਾਂ ਦੀ ਮਨਸ਼ਾ ਸੀ ਉਹਦੇ ਵਿੱਚ ਕਾਮਯਾਬ ਨਹੀਂ ਹੋ ਪਾਏ, ਤੇ ਜਿਹੜਾ ਵੱਡਾ ਨੁਕਸਾਨ ਪੰਜਾਬ 'ਚ ਹੋਰ ਹੋ ਸਕਦਾ ਸੀ ਉਹ ਹੋਣੋਂ ਬਚਿਆ, ਕਿਉਂਕਿ ਆਰਮੀ ਦੇ ਨਾਲ ਸਿੱਧਾ ਇਹਨਾਂ ਦੀ ਮਨਸ਼ਾ ਸੀ ਕਿ ਅਸੀਂ ਸਿੱਧਾ ਮੁਕਾਬਲਾ ਕਰਨਾ ਸੀ ਆਰਮੀ ਦੇ ਨਾਲ। ਆਰਮੀ ਦੇ ਪ੍ਰਤੀ ਇੱਕ ਰੋਸ ਸੀ, ਜਿਸ ਤਰ੍ਹਾਂ